ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਜੇ ਕ੍ਰਿਤ ਕੋ ਤਤ ਪਰਥਿਰ ਕੀਨਾ ਕੋ ਨਾ ਸਵਾਰੀ ਕੀਨੀ ਨਾ ਪੂਰਬ ਭਵ ਕਰ ਵਸਤ ਗਵਾਈ ਅਬ ਕਿਦਾਰ ਬਸ ਦੀਨ ਚਰਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਵੋ ਜੋ ਪਟਲ ਭਗਤ ਵਸਲ ਕਰਨਾ ਨਿਦਾਨ ਦੀਨਾ ਬੰਧੂ ਗਰੀਬਾਂ ਨੂੰ ਨਿਵਾਜਣ ਵਾਲੇ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਨਿਪਤਿਆਂ ਨੂੰ ਪਤ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਆਰੰਭ ਹੋਏ ਹੈ। ਜਿਨ੍ਹਾਂ ਸੰਗਤਾਂ ਤੇ ਗੁਰੂ ਜੀ ਖੁਸ਼ ਹੋਏ ਨੇ, ਤਰੁੱਠੇ ਨੇ ਮਹਾਰਾਜ ਜੀ, ਉਹਨਾਂ ਨੂੰ ਆਪਣੇ ਕੋਲ ਬੁਲਾਇਆ ਹੈ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਜੀਵੈ ਹਰਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ, ਨਾਮ ਦਿੱਤਾ ਆਪਣਾ। ਭਾਵੇਂ ਆਪਣੇ ਕੋ ਪਰਿਵਾਰ ਹੈ, ਜ਼ਮੀਨ ਹੈ, ਸੋਨਾ ਚਾਂਦੀ ਹੈ, ਪਰ ਆਪਣਾ ਤਨ ਮਨ ਨਹੀਂ ਹਰਿਆ। ਭਾਵੇਂ ਕਰੋੜਾਂ ਪਤੀ ਲੋਕ ਨੇ, ਉਹਨਾਂ ਦਾ ਤਨ ਵੀ ਸੜਿਆ ਤੇ ਮਨ ਵੀ ਸੜਿਆ ਏ। 2-2, 3-3, 4-4 ਲੱਖ ਤਨਖਾਹਾਂ ਲੈਣ ਵਾਲੇ ਵੀ ਬੰਦੇ ਸੜੇ ਪਏ ਹੈ। ਤੇ ਜਿਹੜਾ ਦਿਹਾੜੀ ਵਾਲਾ ਉਹ ਤੇ ਵਿਚਾਰੇ ਨੇ ਦੁਖੀ ਹੋਣਾ ਹੀ ਹੈ। ਪਰ ਮਹਾਰਾਜ ਕਹਿੰਦੇ ਜਦੋਂ ਕੋਈ ਸਤਿਗੁਰੂ ਨੂੰ ਸੱਜਣ ਬਣਾਉਂਦਾ ਏ, ਉਹ ਫਿਰ ਸਤਿਗੁਰੂ ਕੀ ਕਰਦੇ? ਪਿਆਰ ਦਿੰਦੇ ਹੈ। ਜਦੋਂ ਆਪਾਂ ਕਿਸੇ ਨੂੰ ਸੱਜਣ ਬਣਾਵਾਂਗੇ ਤੇ ਉਹ ਜਿੰਨੀ ਜੋਗਾ ਵਿਚਾਰਾ ਪਿਆਰ ਦਿੰਦਾ, ਤੇ ਇੱਦਾਂ ਫਿਰ ਸਤਿਗੁਰੂ ਨੂੰ ਸੱਜਣ ਬਣਾਈਏ ਤੇ ਮਹਾਰਾਜ ਪਿਆਰ ਦੇ ਵਿੱਚ ਕੀ ਦਿੰਦੇ? ਨਾਮ। ਤੇ ਉਹ ਫਿਰ ਨਾਮ ਕੀ ਕਰਦਾ ਹੈ? ਸਾਡਾ ਤਨ ਤੇ ਮਨ ਦੋਹਾਂ ਹਰਿਆ ਕਰ ਦਿੰਦਾ ਹੈ। ਪਹਿਲਾਂ ਮਨ ਹਰਿਆ ਹੁੰਦਾ, ਫਿਰ ਤਨ ਹਰਿਆ ਹੁੰਦਾ। ਕਿਉਂਕਿ ਜੇ ਮਨ ਦੁਖੀ ਹੋਵੇ ਤੇ ਚਿਹਰਾ ਉਦਾਸ ਹੁੰਦਾ। ਆਪਾਂ ਕਹੀਦਾ ਵੀ ਅੱਜ ਕੀ ਗੱਲ ਉਦਾਸ ਲੱਗਦੇ। ਪਹਿਲਾਂ ਮਨ ਕੰਮ ਕਰਦਾ ਹੈ, ਫਿਰ ਤਨ ਉਸੇ ਮੁਤਾਬਕ। ਜੇ ਮਨ ਖਿੜਿਆ ਹੋਵੇ ਤੇ ਹਾਸਾ ਆਉਣਾ, ਅੱਖਾਂ 'ਚ ਲਾਲੀ ਆਉਣੀ, ਮੱਥੇ 'ਤੇ ਰੌਣਕ ਆਉਣੀ। ਜੇ ਮਨ ਹੀ ਦੁਖੀ ਹੈ ਤੇ ਚਿਹਰੇ ਨੇ ਕਿੱਥੋਂ ਖੁਸ਼ ਹੋਣਾ? ਇਸ ਕਰਕੇ ਮੇਰੇ ਸਤਿਗੁਰੂ ਮਹਾਰਾਜ ਜੀ ਨਾਮ ਦਿੰਦੇ ਹੈ। ਤੇ ਜਦੋਂ ਨਾਮ ਕੋਈ ਜਪਦਾ ਹੈ ਤੇ ਫਿਰ ਉਹਦਾ ਤਨ ਮਨ ਥੀਵੈ ਹਰਿਆ ਹਰਿਆ ਹੋ ਜਾਂਦਾ ਹੈ, ਖਿੜ ਜਾਂਦਾ ਹੈ। ਭਾਵੇਂ ਭਗਤਾਂ ਦੇ ਕੋਲੇ ਜੀਵਨ ਆਰਥਿਕ ਤੌਰ 'ਤੇ ਗਰੀਬ ਸੀ, ਰੋਟੀ ਨਹੀਂ ਸੀ ਪੱਕਦੀ 2 ਵਕਤ ਦੀ ਭਾਈ ਲਾਲੋ ਦੀ, ਪਰ ਉਹਦਾ ਤਨ ਤੇ ਮਨ ਖਿੜਿਆ ਕਿਉਂ ਸੀ? ਕਿਉਂਕਿ ਉਹਦੇ ਕੋਲ ਵਾਹਿਗੁਰੂ ਦਾ ਨਾਮ ਸੀ। ਆਪਣੇ ਬਾਬੇ ਦਾਦਿਆਂ ਕੋਲੇ ਨਾਮ ਸੀ, ਸੇਵਾ ਸੀ, ਉਹਨਾਂ ਦੇ ਚਿਹਰੇ ਤਾਂ ਖਿੜੇ ਸੀ। ਇੱਕ ਕੁੜਤਾ ਪਜਾਮਾ ਹੁੰਦਾ ਸੀ ਤੇ ਸਾਰੇ ਪਿੰਡ ਨੇ ਵਿਆਹ ਵੇਖ ਲੈਣੇ। ਅਸੀਂ ਛੋਟੇ ਹੁੰਦੇ ਸੀ, ਯਾਦ ਹੈ, ਬਜ਼ੁਰਗਾਂ ਨੇ ਕਹਿਣਾ ਜਾਓ ਪੁੱਤ ਉਹਦਾ ਚਾਦਰ ਝੱਗਾ ਲਿਆਓ। ਅਸੀਂ ਕਹਿਣਾ ਬਾਪੂ ਉਹਦਾ ਤਾਂ ਵੱਡਾ ਸਾਰਾ ਕੱਦ ਹੈ। ਕਹਿਣਾ ਕੋਈ ਨਹੀਂ, ਆਪਾਂ ਕਿਹੜਾ ਮਿੰਤੀ ਕਰਨੀ, 2 ਮਿੰਟ ਵਿਆਹ 'ਤੇ ਹੀ ਜਾਣਾ। ਵੀ ਇੰਨੀ ਪਰਵਾਹ ਨਹੀਂ ਸੀ ਹੁੰਦੀ ਵੀ ਪੂਰਾ ਮੈਚ ਹੀ ਹੋਵੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੇਵਾ ਦਿੱਤੀ ਸੀ। ਹਜ਼ੂਰ ਸਾਹਿਬ ਜਾਂਦੇ ਸੀ, ਪਟਨਾ ਸਾਹਿਬ ਜਾਂਦੇ ਸੀ, 2-2 ਮਹੀਨੇ ਭਾਂਡੇ ਮਾਂਜਦੇ ਸੀ। ਹਰਿਦੁਆਰ ਸਾਹਿਬ ਤੁਰ ਕੇ ਜਾਣਾ। ਥੋੜ੍ਹੇ ਸਮੇਂ ਪਹਿਲਾਂ ਸੰਗਤ ਬੇਰ ਸਾਹਿਬ ਤੋਂ ਪੂਰਨਮਾਸ਼ੀ ਨੂੰ ਗੋਇੰਦਵਾਲ ਜਾਂਦੀ ਸੀ ਤੁਰ ਕੇ। ਸ਼ਬਦ ਪੜ੍ਹ ਕੇ ਹੁੰਦਾ ਤੇ ਪਤਾ ਨਹੀਂ, ਕਿਉਂਕਿ ਦਿਨੋਂ ਦਿਨ ਫਿੱਕਾ ਜੇ ਪੈਂਦਾ ਜਾਂਦਾ ਕੰਮ। ਇਸ ਕਰਕੇ ਆਪਾਂ ਵੀ ਉਪਰਾਲਾ ਕਿਤੇ ਕਰ ਲਿਆ ਕਰੀਏ। ਆਖੋ ਸਤਿਨਾਮ। ਜੇ ਮਹਾਰਾਜ ਸੁੱਖ ਰੱਖੇ, ਤੁਸੀਂ ਸਾਥ ਦਿਓ ਨਾ, ਮੇਰੇ ਹੁਣੇ ਹੀ ਫੁਰਨਾ ਬਣਿਆ, ਹੁਣੇ ਹੀ। ਪਹਿਲਾਂ ਨਹੀਂ ਸੀ ਵੀ ਆਪਣੀ ਮਾਂ ਦਾ ਵਿਆਹ ਆ ਰਿਹਾ। ਤੇ ਕਈ ਭੂਆ ਵੀ ਕਹਿੰਦੇ ਆ, ਮੈਂ ਤਾਂ ਮਾਂ ਕਹਿੰਦਾ ਹੁੰਦਾ, ਮਾਂ ਦਮੋਦਰੀ ਸਾਹਿਬ, ਬਾਪੂ ਗੁਰੂ ਹਰਗੋਬਿੰਦ ਸਾਹਿਬ। ਤੇ ਬੱਚੇ ਆਪਾਂ ਉਹਨਾਂ ਦੇ, ਆਪਣਾ ਫਰਜ਼ ਹੈ ਵੀ ਜੇ ਕਿਤੇ ਆਪਾਂ ਇੰਨੇ ਕੁ ਜਾਣੇ ਜਿੰਨੇ ਕੁ ਬੈਠੇ ਆ ਨਾ, ਉਪਰਾਲਾ ਕਰ ਲਈਏ ਵੀ ਜਿੱਦਣ ਭੋਗ ਪੈਣੇ ਉਦਣ ਤੜਕੇ 4 ਵਜੇ ਆਪਾਂ ਪ੍ਰਭਾਤ ਫੇਰੀ ਲੈ ਕੇ ਨਾ ਇੱਕ ਵਾਰੀ ਸੇਹਰਾ ਸਾਹਿਬ ਜ਼ਰੂਰ ਚੱਲੀਏ।
क्योंकि वैसे सलाह बनाई सी भी नगर कीर्तनों, फिर बाद विच गर्मी है, कई पतवंते सिंघां ने कहा भी नहीं महाराज की बेअदबी क्योंकि गर्मी है तो सोहना नहीं। पर इदां हो सकदा भी प्रभात फेरी अमृत वेले है भी सारी संगत चाह दे नाल पहलां बेबे जी के घर के दर्शन करके तो फिर सेहरा साहब, बाकी समा जिस तरह होवे ते शब्द पढ़ के प्रेम नाल, क्योंकि उत्थे सेहराबंदी हुई सी ना गुरु हरगोबिंद साहब महाराज नूं। ते बाकी तुहाडे नाल मैं पक्का नहीं फाइनल करदा, क्योंकि संगत नहीं हुंदा, आपां कल्लियां ने की करना। एक पंथ ते दो काज। एक आपां बचन कर बैठे सी कि बेबे दा घर वेखना है, वो भी वेखिया जावे आउंदिआं। पहिलां सिद्धा सेहरा साहब जिथे महाराज सच्चे पातशाह नूं सेहराबंदी हुई। एक छोटा जिहा उपराला है, ना किसी नूं लंगर दा फिक्र ना जल दा, अमृत वेला साच नाओ ते नाले अपनी यात्रा सैर हो जू, किते जिहड़े नहीं कदे तुरे मेरे वर्गे वो भी तुर लैणगे, ते नाले शब्द पढ़ लिओ। इत्थे कई कहंदे बाबा बड़ा दिल करदा उधर नूं, फिर सारे पढ़ लिओ तुसी। हाँ जी, सो महाराज सच्चे पातशाह किरपा करे, मैं पहला नहीं सी, हुणे बैठिया ही फुरना बन गया भी जे महाराज नूं उत्थे सेहराबंदी होई, महाराज आए तो आपां अमृत वेले उत्थे एक भाई साहब जी आ बेर साहब बड़ा प्यार करदे, उन्हां नाल भी संपर्क करांगे। उत्थे उत्थे प्रभात फेरी कढ लैंदे जदों कोई दिहाड़ा हुंदा ना, ਉਹਦੇ ਸਾਰੇ ਗੁਰਦੁਆਰਿਆਂ 'ਚ ਲੱਗ ਗਈ, ਕਿਉਂਕਿ ਮੈਂ ਕਾਫੀ ਸਮਾਂ ਬੇਰ ਸਾਹਿਬ ਰਿਹਾ। ਉੱਥੋਂ ਜਦੋਂ ਅੰਮ੍ਰਿਤ ਵੇਲੇ ਆਈਦਾ ਸੀ 25-30 ਸੰਗਤਾਂ ਉੱਥੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ, ਕਿਉਂਕਿ ਪ੍ਰਭਾਤ ਜਿਹੜਾ ਅੰਮ੍ਰਿਤ ਵੇਲਾ ਇਹ ਤਾਂ ਗਵਾਚ ਹੀ ਗਿਆ ਸਾਡੇ ਤੋਂ ਅੱਜ, ਕਿਉਂਕਿ ਸਾਡਾ ਅੰਮ੍ਰਿਤ ਵੇਲਾ ਤਾਂ 10 ਵਜੇ ਹੁੰਦਾ ਕੋ ਸਤਨਾਮ। ਇਸ ਕਰਕੇ ਮਹਾਰਾਜ ਕਿਰਪਾ ਕਰੇ, ਰਲ ਮਿਲ ਕੇ ਪ੍ਰੇਮ ਦੇ ਨਾਲ ਆਪਾਂ ਤੁਰਨਾ ਹੈ। ਹੁਣ ਗੁਰ ਇਤਿਹਾਸ ਦਾ ਸਮਾਂ ਹੈ, ਧੰਨ ਮੇਰੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਾ। ਅੱਜ 2 ਤਰੀਕ ਹੈ, ਕੱਲ੍ਹ ਨੂੰ 3 ਹੈ ਅਤੇ 4 ਨੂੰ ਰਾਤ ਦਾ ਸਮਾਗਮ ਹੈ, ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਹੈ। 5 ਤਰੀਕ ਨੂੰ ਭਾਈ ਸਾਹਿਬ ਨਰਵੈਰ ਸਿੰਘ ਦੇ ਘਰ ਅਤੇ 6 ਤਰੀਕ ਨੂੰ ਮਾਂ ਦਮੋਦਰੀ ਸਾਹਿਬ ਦੇ ਘਰ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ, ਜਦੋਂ ਰੀਅਲ ਤੌਰ 'ਤੇ ਵਿਆਹ ਹੋਇਆ ਸੀ ਅਤੇ 25 ਦਿਨ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਗਈ ਸੀ। ਅਤੇ ਫਿਰ ਸਾਧ ਸੰਗਤ ਜੀ ਕਿਰਪਾ ਕਰਿਆ ਕਰੋ, ਹੁਣ ਬਟਾਲੇ ਵਿਆਹ ਹੁੰਦਾ ਅਤੇ ਜਿੰਨੀ ਸੰਗਤ ਮਠਿਆਈ ਲੈ ਕੇ ਆਉਂਦੀ, ਅਤੇ ਮੈਨੂੰ ਨਹੀਂ ਲੱਗਦਾ ਆਪਾਂ ਕਦੀ ਕਿਲੋ ਗੁਲਾਬ ਜਾਮੁਨ ਲਿਆਂਦੇ ਹੋਣ। ਆਪਾਂ ਨੂੰ ਚਾਹ ਹੀ ਨਹੀਂ, ਚਾਹ ਘਟ ਗਿਆ ਨਾ ਦਿਨੋਂ ਦਿਨ। ਐਤਕੀ ਵੱਡਾ ਉਪਰਾਲਾ ਕੀਤਾ ਸਾਰਿਆਂ ਵੀ ਘਰ ਘਰ ਜਾਣਾ ਪਵੇ ਤੇ ਜਾਵਾਂਗੇ ਵੀ। ਇਹ ਤਾਂ ਸਾਰੇ ਪਛਾਣ ਵੀ ਹਟਦੇ ਜਾਂਦੇ, ਕਈ ਬਾਹਰ ਨੂੰ ਤੁਰੇ ਜਾਂਦੇ, ਜਿਹੜੇ ਇੱਥੇ ਉਂਝ ਨਹੀਂ ਘਰੋਂ ਨਿਕਲ ਕੇ ਰਾਜੀ। ਕਈਆਂ ਨੂੰ ਤਾਂ ਗੋਡਿਆਂ ਦੀ ਪ੍ਰੋਬਲਮ ਹੈ, ਕਈ ਵਿਚਾਰੇ ਉੱਦਾਂ ਹੀ ਵਿਹਲੇ ਬੀਜੀ ਹੋਏ ਜਿਹੜੇ, ਉਹਨਾਂ ਨੂੰ ਕੱਢਣਾ ਘਰੋਂ। ਤੁਸੀਂ ਵੀ ਭੈਣਾਂ ਮੇਰੀਆਂ ਸਾਰੇ ਉਪਰਾਲਾ ਕਰਿਓ, ਕਿਉਂਕਿ ਇੱਕ ਸਿੱਖ ਦੋਏ ਸਾਧ ਸੰਗ। ਤੁਸੀਂ ਨਾਲ ਜਾਓਗੇ ਸੱਦਾ ਦੇਣ, ਉਹ ਵੱਖਰੀ ਗੱਲ, ਮੈਂ ਤਾਂ ਨਹੀਂ ਇਕੱਲੇ ਨੇ ਜਾਣਾ, ਨਹੀਂ ਤਾਂ ਅਗਲੇ ਦਿਨ ਮੇਰੀ ਚਿੱਠੀ ਆ ਜਾਣੀ, ਆਖੋ ਸਤਨਾਮ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਸਾਧ ਸੰਗਤ ਜੀ ਜੁੜੋ ਪ੍ਰੇਮ ਦੇ ਨਾਲ। ਵਾਹਿਗੁਰੂ 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 ਸਾਡੜਾ, ਜੇ ਤੂੰ ਮਿੱਤਰ
ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ। ਇੱਕ ਭੋਰੀ ਨਾ ਵਿਛੋੜ, 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 ਇੱਕ ਭੋਰੀ ਨਾ ਵਿਛੋੜ। ਜੇ ਤੂੰ ਮਿੱਤਰ ਅਸਾੜੜਾ, 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 ਜੇ ਤੂੰ ਮਿੱਤਰ ਅਸਾੜੜਾ। ਇੱਕ ਭੋਰੀ ਨਾ ਵਿਛੋੜ, ਇੱਕ ਭੋਰੀ ਨਾ ਵਿਛੋੜ, ਇੱਕ ਭੋਰੀ ਨਾ ਵਿਛੋੜ, ਇੱਕ ਭੋਰੀ ਨਾ ਵਿਛੋੜ। ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ, ਜੇ ਤੂੰ ਮਿੱਤਰ ਅਸਾੜੜਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਐਸੀ ਮਿੱਤਰਤਾਈ ਰਾਏ ਬੁਲਾਰ ਨੇ ਪਾਈ ਹੈ। ਏਦਾਂ ਦਾ ਪਿਆਰ ਕੀਤਾ ਸਾਧ ਸੰਗਤ। ਰਾਏ ਭੋਏ ਦੀ ਤਲਵੰਡੀ 'ਚ ਸ਼ੁਰੂ ਹੋਇਆ ਸੀ ਤੇ ਉਸੇ ਜਗ੍ਹਾ ਦੇ ਵਿੱਚ ਮੜੀਆਂ ਦੇ ਤੱਕ ਨਿਭ ਗਿਆ। ਜੇ ਮੈਂ ਕਹਿ ਦਾਂ ਦੁਨਿਆਵੀ ਤੌਰ ਤੇ ਇਦਾਂ ਦਾ ਪਿਆਰ ਕਰਨਾ ਚਾਹੀਦਾ ਜਿਹੜਾ ਮੜੀਆਂ ਤੱਕ ਨਿਭੇ। ਵੈਸੇ ਗੁਰੂ ਨਾਨਕ ਦਾ ਪਿਆਰ ਤਾਂ ਅੱਗੇ ਤੱਕ ਜਾਣਾ ਹੈ, ਆਪਣਾ ਮੜੀਆਂ ਤੱਕ ਹੈ, ਕਿਉਂਕਿ ਆਪਣੇ ਰਿਸ਼ਤੇ ਇਦਾਂ ਦੇ ਉੱਥੋਂ ਤੱਕ ਜਾ ਸਕਦੇ। ਪਰ ਇਦਾਂ ਦਾ ਪਿਆਰ ਰੱਬ ਕਰਾਵੇ ਜਿਹੜਾ ਵਾਕਈ ਕਬਰਾਂ ਤੱਕ ਨਿਭ ਜੇ, ਜਿਉਂਦਿਆਂ ਜੀ ਨਾ ਟੁੱਟੇ, ਫੇਕ ਨਾ ਪਵੇ। ਇਹ ਅਰਦਾਸ ਕਰਿਆ ਕਰੋ, ਸਹੀ ਪਿਆਰੇ ਮੇਲ ਉਹਨਾਂ ਨੂੰ ਮਿਲਾਈ ਜਿਨ੍ਹਾਂ ਨੂੰ ਵੇਖਦਿਆਂ ਹੀ ਵਾਹਿਗੁਰੂ ਚੇਤਾ ਆ ਜਾਏ। ਐਸੀ ਅਵਸਥਾ ਰਾਏ ਬੁਲਾਰ ਦੀ ਬਣ ਗਈ। ਇੰਨਾ ਕੁ ਰੰਗਿਆ ਗਿਆ, ਕਹਿੰਦਾ ਪਟਵਾਰੀ ਸਾਹਿਬ ਮੇਰੇ ਘਰ ਦੇ ਬੂਹੇ ਖੁੱਲੇ ਆ, ਤੈਨੂੰ ਕੱਪੜੇ ਦੀ ਲੋੜ ਹੋਵੇ, ਮਾਇਆ ਦੀ ਲੋੜ ਹੋਵੇ, ਪਦਾਰਥਾਂ ਦੀ ਲੋੜ ਹੋਵੇ ਤੇ ਸੰਗੀ ਨਾ ਕਹਿ ਦਵੀਂ ਇੱਕ ਵਾਰੀ, ਮੈਂ ਸਾਰਾ ਕੁਝ ਤੇਰੇ ਪੁੱਤਰ ਤੇ ਮੇਰੇ ਪਿਆਰੇ ਨਾਨਕ ਤੋਂ ਕੁਰਬਾਨ ਕਰਦਾ। ਇਹਨੂੰ ਕਹਿੰਦੇ ਪ੍ਰੇਮ। ਪ੍ਰੇਮ ਦੀ ਡੈਫੀਨੇਸ਼ਨ ਹੈ ਜਿਹ 'ਚ ਮੈਂ ਨਾ ਹੋਵੇ, ਪਰੇ ਮੈਂ ਕੀ ਬਣ ਗਿਆ? ਪ੍ਰੇਮ। ਜਿਹਦੇ ਵਿੱਚ ਮੈਂ ਨਾ ਹੋਵੇ, ਜਦੋਂ ਆਪਾਂ ਜਿਤਾਈਏ ਨਾ ਤੇਰੇ ਲਈ ਮੈਂ ਇਦਾਂ ਕੀਤਾ, ਮੈਂ ਇਦਾਂ, ਉਹ ਪਿਆਰ ਨਹੀਂ ਹੁੰਦਾ, ਉਹ ਸੌਦਾ ਹੁੰਦਾ। ਉਹ ਜਿਹਦੇ 'ਚ ਮੈਂ ਨਾ ਹੋਵੇ, ਮੈਂ ਤੋਂ ਬਿਨਾਂ ਹੀ ਕਿਸੇ ਲਈ ਲੱਖਾਂ ਹੀ ਦੁਆਵਾਂ ਮੰਗ ਲੈਣੀਆਂ, ਉਹਨੂੰ ਪ੍ਰੇਮ ਕਹਿੰਦੇ ਆ। ਤੋ ਇਸ ਕਰਕੇ ਰਾਏ ਬੁਲਾਰ ਨੂੰ ਪ੍ਰੇਮ ਹੋ ਗਿਆ। ਗੁਰੂ ਨਾਨਕ ਨਾ ਕਹਿੰਦੇ ਪਟਵਾਰੀ ਸਾਹਿਬ ਤੂੰ ਮੇਰਾ ਛੋਟਾ ਭਰਾ ਏ, ਤੇਰੇ ਤੇ ਮੇਰੇ ਘਰ 'ਚ ਹੁਣ ਫਰਕ ਨਹੀਂ, ਇਹਨੂੰ ਆਪਣਾ ਘਰ ਸਮਝੀ ਤੇ ਜਿਹੜੀ ਚੀਜ਼ ਦੀ ਲੋੜ ਆਪੇ ਚੱਕ ਲਈ। ਇੰਨਾ ਅੰਦਰ ਉਹਦਾ ਵਿਸ਼ਾਲ ਹੋ ਗਿਆ ਗੁਰੂ ਨਾਨਕ ਸਾਹਿਬ ਨੂੰ। ਤੇ ਅੱਗੋਂ ਫਿਰ ਪਟਵਾਰੀ ਸਾਹਿਬ ਜੀ ਕੀ ਕਹਿੰਦੇ ਹਨ? ਜੇ ਕ੍ਰਿਤਕ ਤਤ ਪਰ ਤਿਰ ਕੀਨਾ, ਕੋ ਨਾ ਸਵਰੀ ਕੀਨੀ ਨਾ। ਕਹਿਣ ਲੱਗੇ ਮਾਯੂਸ ਨੇ ਮਹਿਤਾ ਕਲਿਆਣ ਦਾਸ। ਰਾਏ ਬੁਲਾਰ ਜੀ ਖਿੜੇ ਪਏ, ਕਿਉਂਕਿ ਉਹਨਾਂ ਨੂੰ ਨਾਨਕ ਨੇ ਨਾਮ ਜੋ ਦੇਤਾ ਕਿ ਆਪਾਂ ਹੁਣੇ ਪੜ੍ਹਿਆ ਸੀ, ਨਾਨਕ ਨਾਮ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ।
ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਹਿੰਦੇ ਜਿਹਦਾ ਤਨ ਮਨ ਹਰਿਆ ਦਿਸੂਗਾ ਉਹ ਤਾਂ ਗੁਰੂ ਨਾਨਕ ਦਾ ਤਰਸੀ ਹੈ। ਨਹੀਂ ਤੇ ਜਿੱਦਾਂ ਦਾ ਸਮਾਂ ਚੱਲਣ ਦਿਆ ਮੈਨੂੰ ਨਹੀਂ ਲੱਗਦਾ ਵੀ ਕਰੋੜਾਂ ਪਤੀ ਇਨਸਾਨ ਵੀ ਵੇਖੋ ਉਹਨਾਂ ਦੇ ਮੱਥੇ ਤੇ ਤਿਉੜੀ ਆ। ਬਿਜ਼ਨਸਮੈਨ ਬੰਦੇ ਵੀ ਰੋਂਦਾ, ਚਾਹ ਪੀਣ ਦਾ ਟਾਈਮ ਨਹੀਂ, ਰੋਟੀ ਖਾਣ ਦਾ ਟਾਈਮ ਨਹੀਂ, ਪਰਿਵਾਰ ਕੋ ਬਹਿਣ ਦਾ ਟਾਈਮ ਨਹੀਂ। ਕੀ ਲੈਣ ਆਏ ਆ? ਬਸ ਧੱਕੇ ਖਾਣ ਵਾਸਤੇ। ਐਸੀ ਕਿਰਪਾ ਮਹਾਰਾਜ ਨੇ ਕੀਤੀ ਹੈ। ਤਉ ਕਾਰਨ ਸਾਹਿਬਾ ਰੰਗ ਰਤੇ, ਇਹ ਗੁਰੂ ਸਾਹਿਬ ਵੀ ਆਪਣੇ ਰੰਗ ਚੜ੍ਹਨ ਦਾ ਕਾਰਨ ਬਣ ਗਏ, ਜਿਨ੍ਹਾਂ ਨੇ ਐਸਾ ਰੰਗ ਬਖਸ਼ਿਆ। ਚਲੋ ਭਾਵੇਂ 60 ਮਿੰਟ ਹੀ ਆਉਂਦਾ ਤੇ ਹੈਗਾ ਹੀ ਹੈ। ਤੁਸੀਂ ਆ ਜਾਂਦੇ, ਗੁਰੂ ਸਾਹਿਬ ਆ ਜਾਂਦੇ ਹੈ, ਗੁਰੂ ਕੇ ਗੁਪਤ ਰੂਹਾਂ ਆ ਕੇ ਕਥਾ ਸੁਣਦੀਆਂ। 72 ਬ੍ਰਹਮ ਗਿਆਨੀ ਕਿਤੇ ਮਰੇ ਥੋੜਾ। ਗੁਰਬਾਣੀ ਕਹਿੰਦੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਤੇ ਜਦੋਂ ਕਥਾ ਸ਼ੁਰੂ ਹੁੰਦੀ ਆਪਣੀ ਗਿਣਤੀ ਥੋੜੀ ਆ, ਉਹਨਾਂ ਦੀ ਜ਼ਿਆਦੀ ਆ। ਉਹ ਪਹਿਲਾਂ ਹੀ ਆ ਕੇ ਸਜੇ ਹੁੰਦੇ, ਕਿਉਂਕਿ ਉਹਨਾਂ ਦੀ ਬਾਤ ਪੈਣੀ ਹੈ ਨਾ। ਜਿਹਦੀ ਬਾਤ ਪੈਣੀ ਹੋਵੇ ਉਹ ਸਪੈਸ਼ਲ ਆਇਆ ਹੁੰਦਾ, ਜਿਹਨੂੰ ਸੱਦਿਆ ਹੋਵੇ। ਤੋ ਇਸ ਕਰਕੇ ਮਹਾਰਾਜ ਨੂੰ ਬਚਨ ਵੀ ਕੀਤੇ ਸੀ ਮੁਕਤਸਰ ਸਾਹਿਬ। ਜਦੋਂ ਮਹਾਰਾਜ ਨੇ ਅਰਥ ਪੜ੍ਹਾਏ, ਕਥਾ ਪੜ੍ਹਾਈ, ਤੇ ਸਿੰਘ ਕਹਿੰਦੇ ਮਹਾਰਾਜ ਇਸ ਕਥਾ ਦਾ ਕੀ ਕਾਰਨ? ਇਹ ਤੇ ਲੰਘ ਗਿਆ ਸਮਾਂ, ਪਾਸਟ ਫਿਊਚਰ ਪ੍ਰੈਜ਼ੈਂਟ, ਇਹਦੀਆਂ ਬਾਤਾਂ ਕਾਹਦੀਆਂ ਏ? ਤਾਂ ਮਹਾਰਾਜ ਜੀ ਕਹਿੰਦੇ ਨਹੀਂ ਪਿਆਰਿਓ, ਇਹ ਤੁਹਾਡਾ ਆਉਣ ਵਾਲਾ ਭਵਿੱਖ ਹੈ। ਜਦੋਂ ਤੁਸੀਂ ਕਥਾ ਕਰਿਆ ਕਰੋਗੇ, ਇਹ ਜਿੰਨੇ ਗੁਪਤ ਨੇ ਅਮਰ ਹੋਏ ਨੇ, ਬਾਬਾ ਦੀਪ ਸਿੰਘ ਵਰਗੇ, ਉਹ ਆ ਕੇ ਹਾਜ਼ਰੀ ਦਿੰਦੇ। ਆਖੋ ਸਤਿਨਾਮ। ਇਸ ਕਰਕੇ ਤਾਂ ਹੀ ਮਾਰੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਕਾਸ਼। ਕਹਿੰਦੇ ਨਾਮ ਦਾ ਚਾਨਣ ਹੋ ਜਾਂਦਾ ਹੈ ਜਦੋਂ ਗੁਰੂ ਦੇ ਪਿਆਰੇ ਵਰਤਦੇ ਹਨ। ਤੇ ਮਹਿਤਾ ਕਲਿਆਣ ਦਾਸ ਨੂੰ ਰਾਏ ਜੀ ਕਹਿੰਦੇ ਤੈਨੂੰ ਹਾਸਾ ਨਹੀਂ ਆਉਂਦਾ? ਮੈਂ ਕਿੰਨੀਆਂ ਗੱਲਾਂ ਤੈਨੂੰ ਸੁਣਾਤੀਆਂ ਪਰ ਤੇਰਾ ਚਿਹਰਾ ਨਹੀਂ ਬਦਲਿਆ। ਤੇ ਮਹਿਤਾ ਕਲਿਆਣ ਦਾਸ ਕਹਿੰਦੇ ਸੱਚ ਦੱਸਾਂ ਤੂੰ ਮੇਰਾ ਵੱਡਾ ਵੀਰ ਹੈ, ਰਾਜਾ ਵੀ ਹੈ, ਮੇਰਾ ਮਾਲਕ ਵੀ ਹੈ, ਪਰ ਮੈਨੂੰ ਦੁੱਖ ਤਾਂ ਆਉਂਦਾ ਵੀ ਜਿਹੜਾ ਕੰਮ ਵੀ ਮੈਂ ਨਾਨਕ ਨੂੰ ਦਿੱਤਾ ਇਹਨੇ ਅਧੂਰਾ ਹੀ ਛੱਡਦਾ। ਕੋਈ ਕੰਮ ਨਹੀਂ ਸਿਰੇ ਚਾੜਿਆ, ਤਾਂ ਕਰਕੇ ਮਨ ਦੁਖਦਾ ਹੈ। ਜਬ ਮੋਹ ਕਰ ਵਸਤੁ ਗਵਾਈ, ਅਬ ਕਿਦਾਰ ਪਸ ਦੀਨ ਚਰਾਈ। ਕਹਿੰਦੇ ਪਹਿਲਾਂ ਤਾਂ ਘਰ ਦੀਆਂ ਚੀਜ਼ਾਂ ਹੀ ਵੰਡ ਆਉਂਦਾ ਸੀ, ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਆਉਂਦਾ ਸੀ, ਲਾ ਕੇ ਆਪਣੀ ਕੰਬਲੀ ਨੰਗਿਆਂ ਤੇ ਪਾ। ਕਿੰਨਾ ਪਿਆਰ ਮਹਾਰਾਜ ਕਰਦੇ, ਆਪਣੀ ਕੰਬਲੀ ਲਾ ਕੇ ਕਿਸੇ ਕੰਬ ਦੇ ਤੇ ਪਾ ਕੇ ਆਪ ਨੰਗੇ ਹੋ ਕੇ ਆ ਜਾਂਦੇ। ਐਸੀ ਅਵਸਥਾ ਮੇਰੀ ਪਹਿਲੀ ਜੋਤ ਵਿੱਚ ਵੀ ਕੀਤੀ ਤੇ 9ਵੀਂ ਜੋਤ ਵਿੱਚ ਤੇ ਪੂਰੇ ਹਿੰਦੁਸਤਾਨ ਨੂੰ ਢੱਕ ਲਿਆ ਬਾਪੂ ਨੇ। ਨਹੀਂ ਤੇ ਕੌਣ ਕਿਸੇ ਵਾਸਤੇ ਸਿਰ ਕਟਾਉਂਦਾ ਹੀ ਭਾਈ, ਕੋਈ ਬਹਿੰਦਾ ਨਹੀਂ 5 ਮਿੰਟ। ਮਾਰੇ ਸੱਚੇ ਪਾਤਸ਼ਾਹ ਸਾਡੇ ਬਦਲੇ ਆਪਣਾ ਠੀਕਰਾ ਫੋਰ ਦਿੱਤਾ। ਠੀਕਰ ਫੋਰ ਦਿੱਲੀਸ ਸਿਰ ਪ੍ਰਭੁਪੁਰ ਕੀਓ ਬਿਆਨ, ਤੇਗ ਬਹਾਦਰ ਸੀ ਕਿਰਿਆ। ਹਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ। ਹੈ ਸਭ ਜਗ ਭਇਓ। ਕਹਿੰਦੇ ਜਦੋਂ ਮਹਾਰਾਜ ਦਾ ਸੀਸ ਲੱਥਾ, ਚਾਰੇ ਪਾਸੇ ਆਵਾਜ਼ ਆਈ, ਹੈ ਕੋਈ ਜਿਹੜਾ ਸਾਡੀ ਬਾਹ ਫੜਨ ਵਾਲਾ? ਤੇ ਅੱਗੇ ਕਹਿੰਦੇ ਜੈ 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 ਸੁਰਲੋਕ। ਸੁਰਲੋਕ ਮਾਣੀ ਜਿੱਥੇ ਮਰ ਕੇ ਜਾਣਾ ਆਪਾਂ ਸਾਰਿਆਂ, ਉਧਰ ਵੀ ਜੈ ਜੈਕਾਰ ਹੋ ਰਹੀ। ਦੇਵੀ ਦੇਵਤੇ ਪੀਰ ਪੈਗੰਬਰ ਪਸ਼ਰਾਂ ਪਰੀਆਂ ਫੁੱਲਾਂ ਦੀਆਂ ਟੋਕਰੀਆਂ ਲੈ ਕੇ ਖੜੋਤੀਆਂ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਜੀ ਆਇਆਂ ਕਹਿਣ ਲਈ। ਜਦੋਂ ਦਰਗਾਹ ਦੇ ਵਿੱਚ ਗਏ, ਇੱਧਰ ਵੀ ਹੈ ਉਧਰ ਜੈ ਜੈ ਹੋ ਰਹੀ। ਇਸੇ ਤਰ੍ਹਾਂ ਜਿਹੜੇ ਰੱਬ ਨੂੰ ਪਿਆਰ ਕਰਦੇ ਕਹਿੰਦੇ ਜਬ ਹਮ ਆਏ ਜਗਤ ਮੇ ਹਮ ਰੋਏ। ਜਦੋਂ ਸਾਡਾ ਜਨਮ ਹੋਇਆ ਸੀ ਤੇ ਆਪਾਂ ਤਾਂ ਚੀਕਾਂ ਮਾਰੀਆਂ ਤੇ ਘਰ ਵਾਲੇ ਹੱਸ ਕੇ ਕਹਿੰਦੇ ਵਧਾਈ ਹੋਵੇ। ਕਹਿੰਦੇ ਜਬ ਹਮ ਆਏ ਜਗਤ ਮੇ ਹਮ ਰੋਏ, ਐਸੀ ਕਰਨੀ ਕਰ ਚੱਲੇ ਜਗ ਰੋਏ। ਐਦਾਂ ਦੇ ਬਣ ਕੇ ਜਾਇਓ ਜਿੱਦਣ ਤੁਹਾਨੂੰ ਕੁਛ ਹੋ ਜੇ ਦੁਨੀਆ ਉੱਚੀ ਉੱਚੀ ਰੋਵੇ ਵੀ ਮੇਰਾ ਕੌਣ, ਮੇਰਾ ਕੀ ਲੱਗਦਾ, ਮੇਰਾ ਕਿੱਧਰ ਚਲੇ ਗਿਆ। ਐਸੀ ਮਾਰੇ ਕਹਿੰਦੇ ਜ਼ਿੰਦਗੀ ਦੇ ਵਿੱਚ ਕਾਰਜ ਕਰੀ, ਇਹ ਨਾ ਹੋਵੇ ਵੀ ਤੇਰੀ ਮੌਤ ਹੋਵੇ ਤੇ ਕੋਈ ਕਵੇ ਚੰਗਾ ਹੋਇਆ ਗਲੋਂ ਲੱਥਾ। ਇਸ ਕਰਕੇ ਮਾਰੇ ਕਹਿੰਦੇ ਐਸੀ ਕਰਨੀ ਕਰੀ, ਤੂੰ ਸਾਰਿਆਂ ਦੇ ਨਾਲ ਪਿਆਰ ਹੀ ਇੰਨਾ ਕੁ ਪਾਈ ਵੀ ਤੈਨੂੰ ਦੁਆਵਾਂ ਦੇਣ, ਤੇਰੇ ਵਾਸਤੇ ਅਰਦਾਸਾਂ ਕਰਨ ਦੇਣ। ਉਹਨੂੰ ਕਹਿੰਦੇ ਦੇਹੋ ਸੱਜਣ ਅਸੀਸੜੀਆ। ਕਿਸੇ ਦੀ ਦਿੱਤੀ ਅਸੀਸ ਜਿਹੜੀ ਬੰਦੇ ਦਾ ਭਲਾ ਕਰ ਦਿੰਦੀ ਹੈ। ਜਨਮੇ ਤੇ ਜਬ ਸੁਰਤ ਸੰਭਾਰੀ,
ਤਿਲਕ ਨ ਤਨ ਕੀ ਕਿਰਤ ਸਵਾਰੀ। ਕਹਿੰਦੇ ਜਦੋਂ ਦਾ ਜੰਮਿਆ ਨਾ ਨਾਨਕ, ਇੱਕ ਵੀ ਕੰਮ ਚੱਜਦਾ ਨਹੀਂ ਕੀਤਾ। ਆਖੋ ਸਤਿਨਾਮ। 1 ਰੁਪਈਆ ਘਰ ਨੂੰ ਲਿਆਂਦਾ ਨਹੀਂ, ਘਰੋਂ ਗਵਾਇਆ ਹੈ। ਮਨ ਉਨ ਮਤ ਨ ਕਰਤ ਸੁਨੇਹੂ, ਵਹਿਰ ਨਗਰ ਬੈਸੈ ਤਜ ਕੇਹੂ। ਕਹਿੰਦੇ ਲੋਕਾਂ ਦੇ ਬੱਚੇ ਵਸਤੂਆਂ ਘਰ ਨੂੰ ਲਿਆਉਂਦੇ ਆ, ਇਹ ਘਰੋਂ ਬਾਹਰ ਛੱਡ ਆਉਂਦਾ, ਤੇ ਇੱਕ ਵੀ ਪਿਆਰ ਵਾਲੀ ਚੀਜ਼ ਨਹੀਂ ਇਹਨੇ ਮੇਰੀ ਰੱਖੀ, ਸਾਰੀਆਂ ਹੀ ਗਵਾਤੀਆਂ। ਆਖੋ ਸਤਿਨਾਮ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਗੰਢਾਂ ਖੋਲਣ ਆਏ ਸੀ ਨਾ, ਆਪਾਂ ਬੱਧੀਆਂ ਵਾਂ, ਤੇ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਾ, ਤੇ ਜਿੰਨੇ ਬੱਚੇ ਨਵੇਂ ਜੰਮਦੇ ਉਹਨਾਂ ਦੀਆਂ ਮੁੱਠਾਂ ਬੰਦ ਹੁੰਦੀਆਂ, ਤੇ ਹੁਣ ਹੀ ਖੋਲ ਲਓ। ਆਖੋ ਸਤਿਨਾਮ। ਮਾਤਾ ਦਮੋਦਰੀ ਦਾ ਵਿਆਹ ਆਇਆ ਤੇ ਲੈ ਆਓ ਕੁਛ ਨਾ ਕੁਛ, ਤੇ ਜ਼ਰੂਰੀ ਕਹਿਣਾ ਹੀ ਹੁੰਦਾ ਹੈ ਨਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਦਇਆ ਕਰੇ, ਪਿਆਰ ਹੋਵੇ। ਮਹਾਰਾਜ ਨੇ ਦੇਣਾ ਤਾਂ ਰੱਬ ਨੇ ਆ। ਪਾਤਸ਼ਾਹ ਦਾ ਹਸਪਤਾਲਾਂ 'ਚ ਨਾ ਲਵਾਈ ਤੇ ਇੱਥੇ ਲਵਾ ਲਈ। ਤੇ ਮਹਾਰਾਜ ਖੁਸ਼ੀ ਖੁਸ਼ੀ ਕਰਿਆ ਕਰੋ। ਕੋਈ 5 ਡੱਬੇ ਲੈ ਆਵੇ, ਕੋਈ ਪੁੱਛੇ ਜੀ ਕਿਹੜੀ ਸੇਵਾ ਦੀ ਲੋੜ ਹੈ। ਤੇ ਅੱਜ ਪਤਾ ਕੀ ਚੱਲਦਾ, ਮੈਨੂੰ ਮਾਫ ਕਰਿਓ ਕਹਿਣਾ ਪੈਂਦਾ, ਅਸੀਂ ਤਾਂ ਮੀਟਿੰਗ ਕੀਤੀ, ਸਿੰਘ ਬੈਠੇ ਵੀ ਆਪਾਂ ਕੀ ਕੀ ਛਕਾਉਣਾ, ਉਹ ਅੱਗੋਂ ਕਹਿਣ ਕਮੇਟੀ ਵਾਲਿਓ ਤੁਸੀਂ ਕੀ ਛਕਾਉਣਾ, ਤੇ ਉਹ ਕਹਿਣ ਵੀ ਤੁਸੀਂ ਦਿਓ। ਕਹਿੰਦੇ ਤੁਹਾਨੂੰ ਕੀ ਹੋਇਆ, ਇਹ ਪਿਆਰ ਥੋੜਾ ਏ, ਇਹ ਤੇ ਸੌਦਾ ਏ, ਤੇ ਸੌਦੇ 'ਚ ਮਾਂ ਦਮੋਦਰੀ ਕਿਹੜਾ ਭੁੱਖੀ ਆ। ਉਹ ਤਾਂ ਰੱਜੇ ਹੋਏ ਰਾਜਿਆਂ ਦੇ ਰਾਜੇ ਆ, ਉਹਨਾਂ ਨੂੰ ਸਾਡੀ ਲੋੜ ਨਹੀਂ ਹੈ, ਸਾਨੂੰ ਉਹਨਾਂ ਦੀ ਲੋੜ ਹੈ। ਕਿਉਂਕਿ ਅਸੀਂ ਉਹਨਾਂ ਕੋਲ ਪੁੱਤ ਵੀ ਲੈਣੇ ਆ, ਦੁੱਧ ਵੀ ਲੈਣੇ ਆ, ਵੀਜੇ ਵੀ ਲੈਣੇ, ਤੰਦਰੁਸਤੀਆਂ ਵੀ ਲੈਣੀਆਂ। ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾ ਜੁਗੰਤਰ। ਪਾਣੀ ਕਾਏ। ਇਹ ਜਿਹੋ ਜੀ ਝੋਲੀ ਕਰਕੇ ਆਓਗੇ ਨਾ, ਉਦਾਂ ਦੀ ਵਸਤੂ ਪੈ ਜਾਣੀ। ਇਹ ਮਾਂ ਦਮੋਦਰੀ ਦਾ ਘਰ ਇਦਾਂ ਦਾ, ਮੈਨੂੰ ਆਪਣੀ ਜ਼ਿੰਦਗੀ ਦਾ ਤਜਰਬਾ 7 ਸਾਲਾਂ 'ਚ ਜੋ ਮੈਂ ਵੇਖਿਆ ਨਾ, ਭਾਈ ਸਾਹਿਬ ਇੱਥੇ ਬੈਠੇ ਸੰਗਤ ਵਿੱਚ ਵੀ ਜਿਨ੍ਹਾਂ ਨਾਲ ਵਰਤਿਆ, ਉਸ ਘਰ ਜਿਹੜਾ ਵੀ ਗਿਆ ਕਦੇ ਖਾਲੀ ਨਹੀਂ ਮੁੜਿਆ, ਖਾਲੀ ਨਹੀਂ ਮੁੜਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ ਮੇਰੇ ਕਹਿਣ ਜਾਂ ਤੁਹਾਡੇ ਕਿਹਾ, ਮਹਾਰਾਜ ਕਹਿੰਦੇ ਸੁਣ ਵੱਡਾ ਆਖਿਆ ਸਭ ਕੇਵਡ ਵੱਡਾ ਡੀਠਾ, ਕੀਮਤ ਪਾਏ। ਉਹ ਨਾ ਆਪਣੇ ਕਥਾ 'ਚ ਕਿਹਾ ਵੱਡਾ ਹੀ ਹੋਣਾ ਨਾ ਛੋਟਾ ਹੀ ਹੋਣਾ, ਉਹਦੀ ਹਸਤੀ ਤਾਂ ਉਹਨੂੰ ਮੁਬਾਰਕ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪ੍ਰਕਾਸ਼ ਹੋਇਆ ਤੇ ਮੁੱਠਾਂ ਦੋਵੇਂ ਖੁੱਲੀਆਂ ਸੀ, ਤੇ ਦੌਲਤਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਦੁਨੀਆ ਨੂੰ ਵੰਡਣ ਆਇਆ ਏ। ਆਪਾਂ ਜੰਮੇ ਸੀ ਮੁੱਠਾਂ ਬੰਦ ਸੀ, ਤੇ ਸਾਰੀ ਜ਼ਿੰਦਗੀ ਬੰਦਾ ਕਹਿੰਦਾ ਇੱਥੋਂ ਵੀ 10 ਵੱਜ ਜਾਣ, ਇੱਥੋਂ ਵੀ ਵੱਜ ਜਾਣ, ਇੱਥੋਂ ਵੀ ਸਰਫਾ, ਇੱਥੋਂ ਵੀ ਸਰਫਾ ਕਰਦਾ ਕਰਦਾ ਇੱਕ ਦਿਨ ਮੁੱਕ ਜਾਂਦਾ। ਆਖੋ ਸਤਿਨਾਮ। ਤੋ ਇਸ ਕਰਕੇ ਫਿਰ ਜਦੋਂ ਘਰ ਦੇ ਵੇਂਦੇ ਆ ਤੇ ਫਿਰ ਕੰਬਲਾਂ ਦੇ ਵਿੱਚੋਂ ਪੈਸੇ ਨਿਕਲਦੇ, ਬਾਪੂ ਰੱਖੇ ਤੇ ਨਹੀਂ ਕਿਤੇ। ਆਖੋ ਸਤਿਨਾਮ। ਪਹਿਲੇ ਬਜ਼ੁਰਗਾਂ ਦੇ ਸੰਦੂਕ ਖੋਲ੍ਹਣੇ, ਜਦੋਂ ਮਰ ਜਾਣਾ ਬੇਬੇ ਬਾਪੂ ਨੇ, ਤੇ ਦਰੀਆਂ ਕੰਬਲਾਂ ਦੇ ਵਿੱਚੋਂ ਮਾਇਆ ਨਿਕਲੀ। ਪਰ ਉਹ ਨਿਕਲੀ ਨਕੰਮੀ, ਕਿਉਂਕਿ ਮੋਦੀ ਦਾ ਸਿਸਟਮ ਹੀ ਇਦਾਂ ਦਾ ਸੀ, ਉਹ ਕੰਮ ਨਹੀਂ ਆਏ। ਉਹ ਪਹਿਲੇ ਨੋਟ ਸੀ 500 1000 ਵਾਲੇ, ਤੇ ਉਹ ਨਾਲੇ ਘਰ ਦੇ ਵੇਖਣ ਤੇ ਨਾਲੇ ਰੋਣ ਵੀ ਮਰ ਜੇ ਬੀਬੀ, ਜੇ 2 ਲੱਖ ਕੰਬਲਾਂ 'ਚ ਹੀ ਰੱਖਣਾ ਸੀ ਸਾਨੂੰ ਹੀ ਫੜਾ ਜਾਂਦੀ। ਉਹ ਕਹਿੰਦੇ ਤੁਹਾਨੂੰ ਕਿੱਧਰ ਫੜਾ ਜਾਂਦੀ, ਉਹਨੇ ਕਦੇ ਗੁਰੂ ਘਰ ਨਹੀਂ 10 ਦਾ ਮੱਥਾ ਟੇਕਿਆ। ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰੇ ਸਾਧ ਸੰਗਤ ਜੀ, ਹੀਨਤਾ ਵੱਲ ਨਹੀਂ ਜਾਣਾ, ਪਿਆਰ ਕਰਿਆ ਕਰੋ। ਗੁਰੂ ਪਾਤਸ਼ਾਹ ਮਹਾਰਾਜ ਦੇ ਖਜ਼ਾਨੇ ਭਰੇ ਨੇ, ਕਿਉਂਕਿ ਕਥਾ ਚੱਲ ਰਹੀ ਪਿਆਰ ਦੀ। ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਕਹਿੰਦੇ ਇਹਨੇ ਗਵਾਇਆ ਹੀ ਹੈ, ਘਰੇ ਕੁਛ ਨਹੀਂ ਲਿਆਂਦਾ। ਅੱਜ ਵੀ ਸੰਗਤ ਆਉਂਦੀ, ਕਈ ਬੱਚੇ ਜੁੜ ਪੈਂਦੇ, ਤੇ ਉਹ ਜਦੋਂ ਫਿਰ ਕਹਿ ਦਿੰਦਾ ਨਾ ਵੀ ਭਾਈ ਸੇਵਾ ਕਰੀਏ ਆਪਾਂ, ਕਹਿੰਦੇ ਬਾਬਾ ਜੀ 2 ਵਾਰੀ ਤੁਸੀਂ ਕਹਿਤਾ, ਤੀਜੀ ਵਾਰੀ ਘਰ ਦੇ ਕਹਿੰਦੇ ਤੂੰ ਘਰੇ ਹੀ ਰਹਿ ਪਿਆ ਕਰ। ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਸਮਾਗਮ ਬਣਾਈ ਜਾਂਦੇ, ਤੇ ਸਾਡੇ ਤੋਂ ਨਹੀਂ ਦਿੱਤੇ ਜਾਂਦੇ। ਤੇ ਜੇ ਉਹੋ ਹੀ ਬੱਚਾ ਕਿਤੇ ਗਲਤ ਰਸਤੇ ਪੈ ਜੇ, ਤੇ ਭਾਵੇਂ 7-8 ਲੱਖ ਦੀ ਸਮੈਕ ਪੀ ਜੇ, ਫਿਰ ਆਪ ਲਿਆ ਕੇ ਦਿੰਦੇ। ਤੇ ਜਦੋਂ ਕਈ ਦਾ ਕਹਿਣਗੇ ਕੀ ਕਰੀਏ ਕੱਲਾ ਕੱਲਾ, ਇਹ ਅਸੀਂ ਕਹਿੰਦੇ ਸਾਡੇ ਸਾਹਮਣੇ ਬੈਠਾ ਤੇ ਹੈਗਾ, ਇੱਕ ਮੋਹ ਹੀ ਆ, ਪਤਾ ਵੀ ਇਹਨੇ ਬਚਣਾ ਨਹੀਂ ਹੋਣੇ ਦੀ ਹਾਲਤ ਹੈ। ਕਈ ਮਾਂ ਪਿਓ ਇਦਾਂ ਦੇ ਵੀ ਹੈਗੇ ਜੀ, ਆਪ ਲਿਆ ਕੇ ਬੱਚੇ ਨੂੰ ਨਸ਼ਾ ਦੇ ਰਹੇ, ਕਿਉਂਕਿ ਉਹਨਾਂ ਤੋਂ ਵੇਖਿਆ ਨਹੀਂ ਜਾਂਦਾ ਤੜਫਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਹੈ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਨੇ, ਰਾਏ ਜੀ ਹਾਸਾ ਹੁਸਾ ਮੈਨੂੰ ਤੇ ਆਉਂਦਾ ਨਹੀਂ ਜੇ, ਕਿਉਂਕਿ ਜਿਨ੍ਹਾਂ ਦੇ ਬੱਚੇ ਕਮਾਈ ਕਰਦੇ ਹਾਸੇ ਉਹਨਾਂ ਨੂੰ ਆਉਂਦੇ, ਮੈਨੂੰ ਕਿੱਥੋਂ ਹਾਸਾ ਆਵੇ, ਤਾਂ ਸਾਰਾ ਕੁਝ ਬਾਹਰ ਛੱਡ ਆਇਆ। ਪਹਿ ਗੁਲਾਲ ਤੋ ਮਤ ਅਨ ਜਾਣੀ, ਤੇ ਕੀ ਰੀਤ ਨ
ਸਕਤ ਪਛਾਨੀ। ਰਾਏ ਬੁਲਾਰ ਕਹਿੰਦਾ ਤੂੰ ਸੱਚ ਦੱਸੀ, ਇਹਨੂੰ ਪਛਾਣ ਹੀ ਨਹੀਂ ਸਕਿਆ। ਤੂੰ ਦੁਨਿਆਵੀ ਚੀਜ਼ਾਂ ਨੂੰ ਪਿਆਰ ਕਰੀ ਜਾਂਦਾ, ਕਦੇ ਰੱਬ ਨੂੰ ਵੀ ਕਰ ਲਾ। ਤੇਰਾ ਸਰੀਰ ਵੀ ਨਹੀਂ ਨਾਲ ਆਇਆ, ਕਾਹਤੋਂ ਇੰਨਾ ਦੁਖੀ ਹੈ, ਕਾਹਤੋਂ ਇੰਨਾ ਕਲਪਦਾ ਪਿਆ ਏ? ਇਹ ਰੱਬ ਹੈ, ਤੇ ਰੱਬ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹ ਦਿੰਦਾ ਹੀ ਹੈ, ਲੈਂਦਾ ਨਹੀਂ ਹੁੰਦਾ। ਕਿਉਂਕਿ ਵੱਡੇ ਦਿੰਦੇ ਹੁੰਦੇ, ਨਿੱਕੇ ਲੈਂਦੇ ਹੁੰਦੇ। ਆਪਾਂ ਸਾਰੇ ਨਿੱਕੇ ਆ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ। ਦਾਤਾ ਸਤਿਗੁਰੂ ਤੂੰ ਗਰੀਬਾਂ ਦੀ ਇੱਜ਼ਤ ਰੱਖਣੀ ਹੈ। ਅਸੀਂ ਸਾਰੇ ਮੰਗਤੇ ਹਾਂ। ਗੁਰੂ ਹਰਗੋਬਿੰਦ ਸਾਹਿਬ ਅਰਦਾਸ ਕਰਦੇ ਹੁੰਦੇ ਸੀ, ਸਿੱਖ ਕੋ ਮਾਇਆ ਜੁੜੇ ਨਾ, ਤੇ ਕਿਸੇ ਕੰਮ ਦੇ ਵਿੱਚ ਤੇ ਸਿੱਖ ਦੇ ਘਰੋਂ ਕੋਈ ਭੁੱਖਾ। ਬਸ ਮਹਾਰਾਜ ਮੈਨੂੰ ਇੰਨਾ ਕੁ ਦੇ ਦੀ ਕਿ ਮੇਰੇ ਘਰ ਕੋਈ 4 ਸਿੱਖ ਹੋਣ ਤੇ ਮੈਂ ਰੋਟੀ ਖਵਾ ਸਕਾਂ। ਮੇਰੇ ਘਰ ਕਿਤੇ ਸੰਗਤ ਗੇੜਾ ਮਾਰੇ ਤੇ ਮੈਂ ਚਾਹ ਪਾਣੀ ਪਿਆ ਸਕਾਂ। ਬਸ ਗੁਜਰਾਨ ਜੋਗੀ ਦੇ ਦੀ, ਬਾਤੀ ਨਾ ਦਈ। ਸਤਿਗੁਰੂ ਮਹਾਰਾਜ ਜੀ ਐਸੀ ਕਿਰਪਾ ਦੇ ਮਾਲਕ ਨੇ। ਰਾਏ ਜੀ ਮਹਿਤਾ ਕਲਿਆਣ ਦਾਸ ਨੂੰ ਕਹਿੰਦੇ ਤੂੰ ਫਿਰ ਸਮਝਿਆ ਹੀ ਨਹੀਂ, ਤੇਰਾ ਧਿਆਨ ਪਟਵਾਰੀ ਮਾਇਆ 'ਚ ਹੀ ਰਹਿੰਦਾ, ਕਦੇ ਮਾਇਆ ਵੇਖੀ ਮੇਰੇ ਨਾਨਕ ਦੀ। ਧਨ ਤ੍ਰਿਸ਼ਨਾ ਮੈਂ ਮਤ ਲਪਟਾਨੀ, ਗੁਣ ਨ ਗੂੜ ਕਿਉ ਸਕੈ ਪਛਾਨੀ। ਕਹਿੰਦੇ ਤੇਰੀ ਮਤ ਮਾਇਆ ਨੇ ਮਾਰ ਲਈ ਹੈ, ਤੈਨੂੰ ਤ੍ਰਿਸ਼ਨਾ ਵੜ ਵੜ ਖਾਈ ਜਾਂਦੀ ਹੈ, ਤੇ ਗੁਨਾਹ ਕਰਦਾ ਰਹਿਣਾ ਦਿਨੇ ਰਾਤ, ਪਰ ਮੇਰੇ ਨਾਨਕ ਨੂੰ ਤੂੰ ਨਹੀਂ ਜਾਣਦਾ। ਕਹਿਨ ਸੁਨਨ ਕਰ ਅਸਤਰ ਕਾਲੂ, ਚਲ ਆਲੇ ਆਇਓ ਤਤਕਾਲੂ। ਕਹਿੰਦੇ ਇਸ ਤਰ੍ਹਾਂ ਗੱਲਾਂ ਬਾਤਾਂ ਚੱਲੀਆਂ। ਇੱਕ ਪਾਸੇ ਪਿਆਰ ਵਾਲਾ ਗੱਲ ਕਰਦਾ, ਇੱਕ ਪਾਸੇ ਸੰਸਾਰ ਵਾਲਾ ਗੱਲ ਕਰਦਾ ਹੈ। ਤੇ ਗੁਰਬਾਣੀ ਕਹਿੰਦੀ ਭਗਤਾਂ ਤੇ ਜੋੜ ਕਦੇ ਨਾ। ਰੱਬ ਨੂੰ ਪਿਆਰ ਕਰਨ ਵਾਲਾ ਬੰਦਾ ਤੇ ਇੱਕ ਸੰਸਾਰੀ ਬੰਦਾ, ਉਹਦੀ ਦੋਸਤੀ ਨਹੀਂ ਨਿਭ ਸਕਦੀ। ਕਿਉਂਕਿ ਜਿਹੜਾ ਉਹਨੂੰ ਪਿਆਰ ਕਰਨ ਵਾਲਾ, ਉਹਨੇ ਉਹਦੀ ਗੱਲ ਕਰਨੀ ਤੇ ਦੁਨਿਆਵੀ ਨੂੰ ਚੰਗੀ ਨਹੀਂ ਲੱਗਣੀ। ਅੱਜ ਵੀ ਜਿਹੜੇ ਦੁਨਿਆਵੀ ਬੰਦੇ ਉਹ ਕਥਾ ਨਹੀਂ ਸੁਣ ਸਕਦੇ, ਨਾ ਕੀਰਤਨ 'ਚ ਹੀ ਬਹਿ ਸਕਦੇ, ਕਿਉਂਕਿ ਉਹਨਾਂ ਦਾ ਮਨ ਹੀ ਨਹੀਂ ਲੱਗਣਾ। ਉਹਨਾਂ ਨੂੰ ਇਹ ਚੀਜ਼ ਲੱਗਣੀ ਇੱਦਾਂ ਵੀ ਇਹ ਕੀ ਕਰੀ ਜਾਂਦੇ, ਚੱਲ ਜਾ ਕੇ ਕੰਮ ਕਰੀਏ। ਪਰ ਜਿਨ੍ਹਾਂ ਨੂੰ ਇਦੋਂ ਉੱਤੇ PhD ਕਰ ਲਈ ਵੀ ਬੰਦਿਆ ਜਿੱਦਣ ਮੌਤ ਆਈ ਉਦਣ ਕਿਹੜੇ ਕੰਮ, ਕਿਹੜਾ ਤੇਰਾ ਕੌਣ, ਇੱਥੇ ਕੱਖ ਨਹੀਂ ਹੈ, ਉਹ ਤੇ ਫਿਰ ਕਵੇਗਾ ਰੁਕ ਜਾਓ 10 ਮਿੰਟ ਜੇ ਹੋਰ ਮਹਾਰਾਜ ਦੇ ਦਰਸ਼ਨ ਕਰ ਲਈਏ। ਉਹ ਤਾਂ ਇਸ ਕਰਕੇ ਮੰਗੇਗਾ। ਤੋ ਗੁਰੂ ਗਰੀਬ ਨਵਾਜ ਦੇ ਪਿਆਰ ਦੀ ਗਾਥਾ ਰਾਏ ਜੀ ਸੁਣਾ ਰਹੇ ਨੇ, ਪਰ ਪਟਵਾਰੀ ਸਾਹਿਬ ਦੀ ਸੂਈ ਉੱਥੇ ਟਿਕੀ ਹੈ। ਲਗਿਓ ਕਾਰਜ ਨਿਜ ਜੋ, ਸੁਧ ਗੁਣ ਪਰਖਨ ਕਰਤ ਨਾ ਕੋ। ਕਹਿੰਦੇ ਉਦਾਸ ਹੋ ਕੇ ਤੇ ਰਾਏ ਦੇ ਵਿਹੜੇ ਚੋਂ ਮੁੜ ਆਏ ਹਨ ਤੇ ਆਪਣੇ ਕੰਮਾਂ ਵਿੱਚ ਰੁੱਝ ਗਏ। ਦੋਹਰਾ ਸ਼੍ਰੀ ਸਤਿਗੁਰ ਕਰਤਾ ਪੁਰਖ, ਅਸ ਬਿਦ ਕਰਤ ਬਿਲਾਸ। ਕਹਿੰਦੇ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹਨਾਂ ਦੇ ਅੰਦਰ ਖੁਦਾਈ ਨੂਰ ਹੈ, ਤੇ ਜਿਨ੍ਹਾਂ ਨੂੰ ਸਮਝ ਆ ਗਈ ਉਹ ਤਾਂ ਰਤੇ ਗਏ। ਅਜ ਸੰਤੋਖ ਸਿੰਘ ਨਾਮ ਤੇ ਤਜੋ ਆਨ ਕੀ ਆਸ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਅਧਿਆਏ ਪੂਰਾ ਹੁੰਦਾ ਹੈ ਤੇ ਮੈਂ ਵਾਅਦੇ ਨਾ ਕਹਿਣਾ ਸੰਗਤ ਜੀ, ਜਿਹੜਾ ਗੁਰੂ ਨਾਨਕ ਦੇ ਉੱਤੇ ਆਸ ਰੱਖਦਾ ਏ, ਗੁਰੂ ਨਾਨਕ ਉਹਦੀ ਝੋਲੀ ਪੂਰੀ ਆਸਾ ਜੀ। ਮਨਸਾ ਮੇਰੇ RAM ਪੂਰੀ ਆਸਾ ਜੀ, ਮਨਸਾ ਮੇਰੇ RAM ਪੂਰੀ ਆਸਾ ਜੀ, ਮਨਸਾ ਮੇਰੇ RAM। ਪੂਰੀ ਆਸਾ ਜੀ, ਮਨਸਾ ਮੇਰੇ RAM। ਮੋਹਿ ਨਿਰਗੁਣ ਜੀ ਸਭ ਗੁਣ ਤੇਰੇ RAM। ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ RAM। ਮੋਹਿ ਨਿਰਗੁਣ
ਮਨਸਾ ਮੇਰੇ RAM ਪੂਰੀ ਆਸਾ ਜੀ। ਮਨਸਾ ਮੇਰੇ RAM ਪੂਰੀ ਆਸਾ ਜੀ। ਮਨਸਾ ਮੇਰੇ RAM ਪੂਰੀ ਆਸਾ ਜੀ। ਮਨਸਾ ਮੇਰੇ RAM। ਸਾਧ ਸੰਗਤ ਜਦੋਂ ਆਸ ਪੂਰੀ ਹੁੰਦੀ ਨਾ ਕਿਸੇ ਦੀ, ਉਹਦਾ ਧਰਤੀ ਤੇ ਪੈਰ ਨਹੀਂ ਲੱਗਦਾ। ਉਹਦਾ ਜੀ ਕਰਦਾ ਮੈਂ ਸਾਰਿਆਂ ਨੂੰ ਉੱਚੀ ਉੱਚੀ ਰੌਲਾ ਪਾ ਕੇ ਦੱਸਾਂ ਮੇਰਾ ਨਾਨਕ ਮੈਨੂੰ ਮਿਲ ਗਿਆ। ਹੁਣ ਤੁਹਾਡੇ 'ਚ ਕਈ ਰੂਹਾਂ ਬੈਠੀਆਂ ਜਿਨ੍ਹਾਂ ਦੀਆਂ ਆਸਾਂ ਪੂਰੀਆਂ ਹੋਈਆਂ, ਤੇ ਸੱਚ ਦੱਸਿਓ ਜਿੱਦਣ ਪੂਰੀਆਂ ਹੋਈਆਂ ਸੀ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ। ਜੀ ਕਰਦਾ ਸੀ ਵੀ ਰਾਤ ਘਰ ਦੇ ਕਹਿੰਦੇ 12 ਵਜੇ ਕਹਿੰਦਾ ਮੇਰਾ ਜੀ ਕਰਦਾ ਹੁਣੇ ਹੀ ਗੁਰੂ ਘਰ ਚਲ ਜਾ। ਹਰ ਬੰਦਾ ਆਸਾ ਨਾਲ ਜੀਂਦਾ ਹੈ। ਜਿੱਦਣ ਆਸਾਂ ਮੁੱਕ ਗਈਆਂ ਜ਼ਿੰਦਗੀ ਦਾ ਸਵਾਦ ਨਹੀਂ ਆਉਣਾ। ਜ਼ਿੰਦਗੀ ਰਿੜੀ ਤਾਂ ਜਾਂਦੀ ਹੈ ਵੀ ਆਪਾਂ ਆਸ ਰੱਖੀ ਵੀ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਕਿਤੇ ਨਾ ਕਿਤੇ ਤਾਂ ਸੁਣੂਗਾ ਹੀ। ਤੇ ਆਸਾਂ ਦੇ ਨਾਲ ਜ਼ਿੰਦਗੀ ਹੈ। ਜਦੋਂ ਆਸਾਂ ਹੀ ਖਤਮ ਹੋ ਗਈਆਂ ਤੇ ਜ਼ਿੰਦਗੀ ਖਤਮ ਹੋ ਜਾਣੀ। ਤਾਂ ਕੋਈ ਵੀ ਇਨਸਾਨ ਨੇ ਭਾਵੇਂ ਆਪਾਂ ਨੂੰ ਮਹਾਰਾਜ ਨੇ ਮਾਇਆ ਦੀ ਟੇਢ ਜੀ ਲਾਈ ਹੈ, ਭਾਵੇਂ ਮਾਇਆ ਕਾਰਨ ਹੀ ਗੁਰੂ ਕੋਲ ਆਉਣੇ, ਕਾਸ ਜੀ ਤੇ ਬਣੀ ਆ ਵੀ ਮਹਾਰਾਜ ਅੱਜ ਆਹ ਦੇਣਗੇ ਆਹ ਦੇਣਗੇ। ਬੰਦਾ ਮੰਗਦਾ ਮੰਗਦਾ ਬੁੱਢਾ ਹੋ ਜਾਂਦਾ। ਹੁਣ ਕਈ ਵਾਰ ਆਪਾਂ ਵੇਖੀਦਾ ਪਹਿਲਾਂ ਬੱਚੇ ਮੰਗੇ ਆਪਾਂ, ਹੈ ਨਾ, ਬੱਚੇ ਮਿਲ ਗਏ, ਫਿਰ ਆਪਾਂ ਮੰਗਿਆ ਮੇਰਾ ਬੱਚਾ ਪੜ੍ਹ ਜੇ, ਪੜ੍ਹ ਗਿਆ। ਫਿਰ ਆਪਾਂ ਮੰਗਿਆ ਵੀ ਇਹ ਕਿਤੇ ਸੈੱਟ ਹੋ ਜੇ, ਹੋ ਗਿਆ। ਫਿਰ ਆਪਾਂ ਮੰਗਿਆ ਕਿ ਮਹਾਰਾਜ ਇਹਦਾ ਵਿਆਹ ਕਰਨਾ, ਇਹਦਾ ਕੋਈ ਸਿਸਟਮ ਰਲ ਜੇ, ਉਹ ਵੀ ਰਲ ਗਿਆ। ਫਿਰ ਮੰਗਣ ਆ ਗਏ ਮਹਾਰਾਜ ਹੁਣ ਨਿੱਕਾ ਜਿਹਾ ਕਾਕਾ ਵੀ ਦੇ ਦਿਓ, ਉਹ ਵੀ ਦੇਤਾ। ਤੇ ਉਹਨੇ ਚਿਰ ਨੂੰ ਮਹਾਰਾਜ ਕਹਿੰਦੇ ਆ ਜਾ ਹੁਣ ਤੇਰਾ ਟਾਈਮ ਹੋ ਗਿਆ। ਮੰਗਦੇ ਹੀ ਰਹਿ ਗਏ, ਕੋਈ ਚੀਜ਼ ਨੂੰ ਯੂਜ਼ ਤਾਂ ਨਹੀਂ ਕੀਤਾ, ਲਾਈਨ 'ਚ ਲੱਗੇ ਰਹਿ ਗਏ। ਜਿੱਦਾਂ ਕੱਲ੍ਹ ਕਿਤੇ ਬੈਠੇ ਤੇ ਉਹ ਸੱਜਣ ਕਹਿੰਦਾ ਵੀ 25-26 ਸਾਲ ਘਰ ਬਣਾਉਣ ਨੂੰ ਲੱਗੇ, ਤੇ ਜਿੱਦਣ ਬਣਾਉਣਾ ਸੀ ਉਦਣ 25 ਜੀ ਸੀ ਘਰ 'ਚ। ਅੱਜ ਘਰ ਬਣ ਗਿਆ ਤੇ ਅੱਜ ਕੋਈ ਜੀ ਨਹੀਂ ਹੈਗਾ। ਵੀ ਜਿਸ ਘਰ ਨੂੰ ਬਣਾਉਣ ਲਈ 25 ਸਾਲ ਦਾ ਸਫ਼ਰ ਲੱਗਾ ਤੇ ਅੱਜ ਘਰ ਬਣ ਗਿਆ, ਪਰ ਉਸ ਘਰ ਦੇ ਵਿੱਚ ਕੋਈ ਦੀਦਾ ਨਹੀਂ। ਹੁਣ ਰੱਬ ਦਾ ਇਤਫਾਕ ਵੇਖੋ। ਆਵਾਜ਼ ਦਿੱਤੀ ਕੋਇਲ ਨੂੰ, ਰੂਪ ਖੋਲਿਆ। ਰੂਪ ਦਿੱਤਾ ਮੋਰ ਨੂੰ, ਇੱਛਾ ਦਿੱਤੀ ਸਾਨੂੰ ਬੰਦੇ ਬੀਬੀਆਂ ਨੂੰ, ਸੰਤੋਖ ਖੋਲਿਆ। ਰਾਜੀ ਨਹੀਂ ਆਉਂਦਾ। ਇੱਥੋਂ ਛਾਲ ਮਾਰੀ ਤੇ ਅਮਰੀਕਾ ਚਲੇ ਗਏ। ਅਮਰੀਕਾ ਪਦਾਰਥਾਂ ਦਾ ਸ਼ਿਖਰ ਹੈ। ਜਿਹੜੇ 50-50 ਸਾਲ ਉੱਥੇ ਲਾ ਕੇ ਆਏ ਉਹ ਵੀ ਰੋਂਦੇ ਆ। ਇੱਛਾ ਦਿੱਤੀ ਇਨਸਾਨ ਨੂੰ, ਸੰਤੋਖ ਖੋਲਿਆ। ਸੰਤੋਖ ਦਿੱਤਾ ਭਾਈ ਪਾਰੋ ਵਰਗੇ ਸੰਤ ਨੂੰ, ਸੰਸਾਰ ਖੋਲਿਆ। ਕਿਉਂਕਿ ਸੰਤੋਖ ਸੀ ਨਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਪਾਰੋ ਅੱਜ ਤੈਨੂੰ ਗੱਦੀ ਤੇ ਵਾਹ ਦੇਣਾ। ਕਹਿੰਦੇ ਨਹੀਂ ਮਹਾਰਾਜ, ਗੱਦੀ ਤੋਂ ਵੀ ਵੱਡੀ ਕੋਈ ਚੀਜ਼ ਆ ਗੋਦੀ। ਮਹਾਰਾਜ ਮੈਨੂੰ ਗੋਦੀ 'ਚ ਵਹਾ ਲਓ, ਕਿਉਂਕਿ ਗੋਦੀ ਵਿੱਚ ਬਹਿਣ ਵਾਲੇ ਨੂੰ ਫਿਕਰ ਕੋਈ ਨਹੀਂ ਹੁੰਦਾ। ਗੱਦੀਆਂ ਤੇ ਬਹਿਣ ਵਾਲਿਆਂ ਦੀ ਜ਼ਿੰਮੇਵਾਰੀ ਵੱਧਦੀ ਹੈ। ਮੈਨੂੰ ਝਾੜੂ ਹੀ ਦੇ ਦਿਓ ਬਸ, ਮੈਂ ਉਹੋ ਹੀ ਫੇਰੀ ਜਾਵਾਂ। ਕਿਉਂਕਿ ਝਾੜੂ ਗੱਦੀ ਤੋਂ ਵੀ ਵੱਡਾ, ਕਿਉਂਕਿ ਇਸ ਝਾੜੂ ਨੂੰ ਪਕੜ ਕੇ ਲਹਿਣੇ ਤੋਂ ਅੰਗਦ ਬਣ ਗਏ। ਇਸ ਝਾੜੂ ਨੂੰ ਪਕੜ ਕੇ ਅੰਗਦ ਤੋਂ ਅਮਰਦਾਸ ਬਣ ਗਏ। ਇਸ ਝਾੜੂ ਨੂੰ ਫੜ ਕੇ ਅਮਰਦਾਸ ਤੋਂ ਰਾਮਦਾਸ ਬਣ ਗਏ। ਜਿਹਨੂੰ ਸਵਈਆਂ 'ਚ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ, ਤਾਤੇ ਅੰਗਦ ਭਇਓ ਤਤ ਸਿਉ ਤਤ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ। ਮੂਰਤ ਪੰਚ ਪ੍ਰਵਾਨ ਪੁਰਖ ਗੁਰ ਅਰਜਨ ਵਿਖੋ। ਕਹਿੰਦੇ ਅੱਜ ਮੇਰੀਆਂ ਅੱਖਾਂ ਨੇ ਗੁਰੂ ਅਰਜਨ ਸਾਹਿਬ ਤੇਰੇ ਦਰਸ਼ਨ ਕੀਤੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸ਼ਕਤੀ ਪ੍ਰਮਾਤਮਾ ਦੀ, ਐ ਮੇਰੀ ਕਿਰਪਾ ਦੀ ਮਾਲਕ ਪ੍ਰਭੂ, ਤੇਰੀ ਹਸਤੀ ਨੂੰ ਮੈਂ ਨਮਸਕਾਰ ਕਰਦਾ। ਕਿਉਂਕਿ ਤੇਰੀ ਸ਼ਕਤੀ ਨਾਲ ਮੇਰਾ ਦਿਲ ਧੜਕਦਾ, ਮੇਰੀਆਂ ਅੱਖਾਂ ਦੇਖ ਰਹੀਆਂ, ਮੇਰਾ ਹੱਥ ਚੱਲਦਾ ਹੈ, ਮੇਰੇ ਪੈਰ ਤੁਰਦੇ ਨੇ, ਪਰ ਤੈਨੂੰ ਮੈਂ ਨਮਸਕਾਰ ਕਰਦਾ। ਜੇ ਤੂੰ ਵਿੱਚੋਂ ਨਿਕਲ ਗਿਆ ਮੈਂ ਡਿੱਗ ਪੈਣਾ। ਤੂੰ ਕਾਇਆ ਮੈਂ ਰੁਲਦੀ ਦੇਖੀ, ਤੂੰ ਕਾਇਆ ਮੈਂ ਰੁਲਦੀ ਦੇਖੀ, ਤੂੰ ਕਾਇਆ ਮੈਂ ਰੁਲਦੀ ਦੇਖੀ।
ਤੂੰ ਕਾਇਆ ਮੈਂ ਰੁਲਦੀ ਦੇਖੀ। ਜਿਉ ਤਰ ਉਪਰ ਛਾਰੋ, ਜਿਉ ਤਰ ਉਪਰ ਛਾਰੋ, ਜਿਉ ਤਰ ਉਪਰ ਛਾਰੋ, ਜਿਉ ਤਰ ਉਪਰ ਛਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਤੂੰ ਕਾਇਆ ਮੈਂ ਰੁਲਦੀ ਦੇਖੀ। ਤੂੰ ਕਾਇਆ ਮੈਂ ਰੁਲਦੀ ਦੇਖੀ, ਤੂੰ ਕਾਇਆ ਮੈਂ ਰੁਲਦੀ ਦੇਖੀ। ਇਸ ਪੰਕਤੀ ਦੇ ਜਦੋਂ ਅਰਥ ਪੜਾਂਗੇ ਨਾ ਤੇ ਬੰਦੇ ਨੂੰ ਝੜਕਾ ਲੱਗਦਾ ਵੀ ਆ ਜਿਹੜੀ ਕਾਇਆ ਆਪਣੀ ਇੰਨੀ ਸੋਹਣੀ ਹੈ ਨਾ, ਕਿੰਨੇ ਆਪਾਂ ਨੂੰ ਚਾਹੁੰਦੇ ਐ। ਜਦੋਂ ਇਹਨੇ ਡੈੱਡ ਹੋਣਾ ਨਾ ਬਾਡੀ ਨੇ, ਕਦੀ ਮੰਜਾ ਕਿਤੇ ਰੱਖਣਾ, ਕਦੀ ਕਿਤੇ ਰੱਖਣਾ, ਫਿਰ ਅੱਧ ਜਿਹੇ 'ਚ ਵੀ ਰੱਖਦੇ ਹੁੰਦੇ ਜਦੋਂ ਲਿਜਾਂਦੇ ਐ, ਫਿਰ ਉੱਥੇ ਰੱਖਣਾ, ਫਿਰ ਮੰਜੇ ਤੋਂ ਲਾਉਣਾ, ਫਿਰ ਲੱਕੜਾਂ ਤੇ ਪਾਉਣਾ, ਰੁਲਦੀ ਫਿਰਦੀ ਕਾਇਆ। ਫਿਰ ਕੀ ਹੋਣਾ, ਸੰਸਕਾਰ ਹੋ ਜਾਣਾ ਤੇ ਮਿੱਟੀ ਜਿਹੜੀ ਉਹ ਉੱਥੇ ਰੁਲਦੀ ਫਿਰਨੀ। ਤੇ ਗੁਰਬਾਣੀ ਕਹਿੰਦੀ ਕਾਹਦਾ ਮਾਣ ਕਰਿੰਦਾ ਏ, ਤੂੰ ਕਾਇਆ ਮੈਂ ਰੁਲਦੀ ਦੇਖੀ। ਆ ਸਰੀਰ ਨੇ ਰੁਲ ਜਾਣਾ ਹੀ। ਇਦੋਂ ਪਹਿਲਾਂ ਪਹਿਲਾਂ ਆਪਣੇ ਪਿਆਰੇ ਦਾ ਸਫ਼ਰ ਜੇ ਤੈਅ ਕਰ ਸਕਦਾ ਤੇ ਕਰਿਆ ਕਰ। ਜਦੋਂ ਰਾਤ ਨੂੰ ਜਾਗ ਆ ਜੇ ਨਾ, ਉੱਠ ਕੇ ਬਹਿ ਜਾ ਕਰ। ਜ਼ਰੂਰੀ ਨਹੀਂ ਵੀ ਇਸ਼ਨਾਨ ਕਰਨ ਵੜਨਾ ਹੈ। ਤੇਰਾ ਦਿਲ ਕਰਦਾ ਉੱਠ ਪਿਆ 12 ਵਜੇ ਜਾਗ ਖੁੱਲੀ ਹੈ ਤੇ 25-30 ਮਿੰਟ ਸਿਮਰਨ ਕਰ ਲਾ। ਵਾਹਿਗੁਰੂ 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 ਜਿਹੜੇ ਤੁਸੀਂ ਕਮਾਏ ਨਾ ਹੁਣ, ਜਿੱਦਾਂ ਬਾਹਰ ਜਾਈਏ ਬੰਦਾ ਕਹਿੰਦਾ ਲਾਓ ਲਾਓ ਟਾਈਮ, ਓਵਰ ਟਾਈਮ ਲਾਓ, 4 ਦਿਨ ਆਏ ਕਮਾਈ ਕਰੋ। ਮੇਰਾ ਨਾਨਕ ਕਹਿੰਦਾ ਤੁਸੀਂ ਇੱਥੇ ਵੀ 4 ਦਿਨ ਹੀ ਆਏ, ਕਰ ਲਓ ਕਮਾਈ ਜਿੰਨੀ ਹੁੰਦੀ, ਜਦੋਂ ਸਾਹ ਰੁਕ ਗਿਆ ਫਿਰ ਨਹੀਂ ਹੋਣੀ। ਇਸ ਕਮਾਈ ਨੇ ਆਪਾਂ ਨੂੰ ਲੈ ਕੇ ਜਾਣਾ ਉਹਦੇ ਘਰ। ਜਿਹਦੇ ਕੋਲ 25-30 ਲੱਖ ਹੋਊ ਉਹ ਜਾਊ ਕਨੇਡੇ, ਦੂਜਾ ਤੇ ਫੋਟੋ ਵੇਖੂਗਾ ਜਾਂਦਿਆਂ ਦੀ। ਇਸੇ ਤਰ੍ਹਾਂ ਮਾਰੇ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਕਹਿੰਦੇ ਜਿੱਥੇ 60 ਸਾਲ ਰਹਿਣਾ ਉੱਥੋਂ ਲਈ ਇੰਨੀ ਮਾਇਆ ਜੋੜ ਲਈ ਵੀ ਕਰੋੜ ਦੀ ਐਫਡੀ ਹੋ ਗਈ। ਇੰਨਾ ਕਮਾਈ ਕੀਤੀ, ਗੋਡੇ ਰਹਿ ਗਏ, ਸਰੀਰ ਕਹਿੰਦਾ ਕਮਾਲ ਕਰਤੀ ਜੀ ਫਲਾਣੇ ਨੇ ਬੜੀ ਕਮਾਈ। ਮਾਰੇ ਕਹਿੰਦੇ ਮੇਰੀਆਂ ਨਜ਼ਰਾਂ 'ਚ ਤੇ ਫੇਲ ਆ।
ਕਾਹਦੀ ਕਮਾਈ ਕੀਤੀ? ਉਹ ਤਾਂ ਬੱਚਿਆਂ ਨੇ ਸਾਂਭ ਲਈ। ਤੈਨੂੰ ਕੀ ਮਿਲਿਆ ਓਏ? ਤੈਨੂੰ ਤਾਂ ਚੱਕ ਕੇ 2.5 ਕੁਇੰਟਲ ਬਾਲਣ ਦੇ ਕੇ ਤੋਰਤਾ ਇਹਨਾਂ ਨੇ। ਪਰ ਆਹ ਜਿਹੜੀ ਕਮਾਈ ਤੁਸੀਂ ਕਰਮਾਂ ਵਾਲੇ ਉਹ ਸੰਗਤ ਵਿੱਚ ਕਰਦੇ ਜੇ, ਬਾਬਾ ਕਹਿੰਦਾ ਤਕੜੇ ਹੋ ਕੇ ਕਰ ਲਓ। ਜਿੰਨੀ ਕੀਤੀ ਜਾਂਦੀ ਤੁਹਾਡੇ ਜੇਬ ਵਿੱਚ ਹੋਵੇਗੀ ਤੇ ਵਰਤ ਲਓਗੇ। ਗੁਰਦਾ ਸਰਤਾ ਸਮਤ ਕੀ ਬੀਜੀ ਜੇ ਬਰ ਧੰਨ ਕਵੀਰਾਜ ਜੀ ਕਹਿੰਦੇ ਮੇਰੇ ਅੰਦਰ ਨਦੀ ਵਾਂਗੂ ਪ੍ਰਵਾਹ ਚੱਲ ਰਿਹਾ ਹੈ ਪਿਆਰ ਦਾ। ਮੇਰਾ ਜੀ ਕਰਦਾ ਹੈ ਕਿ ਸਾਰੀ ਧਰਤੀ ਨੂੰ ਕਾਗਜ਼ ਬਣਾ ਲਾਂ, ਸਾਰੇ ਦਰਖਤਾਂ ਦੀਆਂ ਕਲਮਾਂ ਬਣਾ ਲਾਂ ਤੇ ਸਮੁੰਦਰਾਂ ਦੀ ਸ਼ਾਹੀ ਬਣਾ ਕੇ ਤੇ ਬਾਬਾ ਨਾਨਕਾ ਤੇਰੀ ਕਥਾ ਹੀ ਲਿਖਦੇ ਹਾਂ। ਕਿੰਨਾ ਪਿਆਰ ਜੀ। ਸਾਰੀ ਧਰਤੀ ਦਾ ਕਾਗਜ਼, ਜਿੰਨੇ ਦਰਖਤ ਉਹਨਾਂ ਦੀਆਂ ਕਲਮਾਂ ਤੇ 7 ਸਮੁੰਦਰਾਂ ਦਾ ਪਾਣੀ ਸ਼ਾਹੀ ਬਣਾ ਕੇ ਬਾਬਾ ਤੇਰੀ ਕਥਾ ਹੀ ਲਿਖਦੇ ਹਾਂ। ਇਹਨੂੰ ਕਹਿੰਦੇ ਪਿਆਰ। ਮਿੰਤੀ ਪਿਆਰ ਦੇ ਵਿੱਚ ਨਹੀਂ ਹੁੰਦੀ। ਆਵਸ ਕਰਤ ਬਿਲਾਸ ਬਿਤਾਈ ਬਹੁਰ ਨਵੀਨ ਅਪਰ ਰਿਤੁ ਆਈ। ਐਸੀ ਕਥਾ ਸੁਣੀ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਤੇ ਭਾਈ ਬਾਲਾ ਜੀ ਕਥਾ ਸੁਣਾ ਰਹੇ। ਕਹਿੰਦੇ ਜਦੋਂ ਮਹਾਰਾਜ ਸੁਣਦੇ ਆ ਤੇ ਅੱਖਾਂ 'ਚ ਜਾਲ ਆ ਗਿਆ। ਕਹਿੰਦੇ ਭਾਈ ਬਾਲਾ ਹੋਰ ਕਥਾ ਸੁਣਾ ਮੇਰੇ ਨਾਨਕ ਦੀ। ਮੇਰਾ ਜੀ ਕਰਦਾ ਮੈਂ ਛੇਤੀ ਛੇਤੀ ਮਹਾਰਾਜ ਦੀ ਸਾਰੀ ਕਥਾ ਸੁਣ ਲਾਂ। ਆਖੋ ਸਤਿਨਾਮ। ਇਸ ਕਰਕੇ ਕਿਉਂਕਿ ਇਹ ਵੀ ਇੱਕ ਰਸ ਹੈ। ਜਿੱਦਾਂ ਢਿੱਡ ਨੂੰ ਭੁੱਖ ਲੱਗਦੀ ਆਪਾਂ ਕਹਿੰਦੇ ਛੇਤੀ ਛੇਤੀ ਸਾਰਾ ਹੀ ਖਾ ਲਈਏ, ਇਸੇ ਤਰ੍ਹਾਂ ਰੂਹ ਨੂੰ ਜਦੋਂ ਭੁੱਖ ਲੱਗਦੀ ਹੈ ਤੇ ਉਹ ਕਹਿੰਦੀ ਹੈ ਵੀ ਇੱਕ ਸ਼ਬਦ ਹੋਰ ਸੁਣ ਲਾ, ਇੱਕ ਸ਼ਬਦ ਹੋਰ ਸੁਣ ਲਾ, ਇੱਕ ਸ਼ਬਦ ਹੋਰ ਸੁਣ ਲਾ। ਤੇ ਜਿਹਨੂੰ ਨਹੀਂ ਰਸ ਆਉਂਦਾ ਉਹ ਕਹਿੰਦਾ ਬਸ ਕਰ ਦਿਓ, ਸਮਾਪਤੀ ਕਰ ਦਿਓ। ਤੇ ਜਿਹਨੂੰ ਰਸ ਆਉਂਦਾ ਉਹ ਕਹਿੰਦਾ ਥੋੜਾ ਟਾਈਮ ਹੋਰ ਲਾ ਦਿਆ ਕਰੋ। ਮੈਂ ਕਿਹਾ ਤੇ ਆਪੋ ਆਪਣਾ ਰਸ ਹੈ। ਕੋਈ ਕਹਿੰਦਾ ਹੋਰ ਟਾਈਮ ਲਾਓ, ਕੋਈ ਕਹਿੰਦਾ ਵਾ ਰੋਟੀ ਪਾਣੀ ਵੀ ਕਰਨਾ ਕਿ ਇੱਥੇ ਰਹਿਣਾ। ਇਹ ਤਾਂ ਆਪੋ ਆਪਣਾ ਅੰਦਰ ਹੈ। ਮੈਂ ਇਕੱਲਾ ਕੀ ਕਰਾਂ, ਤੁਹਾਡੇ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ। ਤੁਸੀਂ ਕਿੰਨੇ ਜਾਣੇ ਹੋ ਤਾਂ ਦਾਸ ਇਕੱਲਾ ਏ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੀ ਕਥਾ ਗੁਰੂ ਅੰਗਦ ਸਾਹਿਬ ਕਹਿੰਦੇ ਭਾਈ ਬਾਲਾ ਹੋਰ ਸੁਣਾ, ਮੈਨੂੰ ਬੜਾ ਰਸ ਆ ਰਿਹਾ ਮੇਰੇ ਪਿਆਰੇ। ਤੇ ਭਾਈ ਬਾਲਾ ਜੀ ਕਹਿੰਦੇ ਲਓ ਫਿਰ ਸੁਣੋ ਜੀ। ਪਾਵਸ ਕਰਤ ਬਿਲਾਸ ਬਿਤਾਈ। ਕਹਿੰਦੇ ਵਰਖਾ ਰੁੱਤ ਜਿਹੜੀ ਖਤਮ ਹੋ ਗਈ ਹੈ। ਪਹਿਲਾਂ ਗਰਮੀ ਸੀ, ਫਿਰ ਵਰਖਾ। 6 ਰੁੱਤਾਂ ਨੇ ਸੂਰਜ ਦੀਆਂ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ। ਰੱਬ ਦੀ ਕਿੰਨੀ ਪਿਆਰੀ ਕੁਦਰਤ ਹੈ। ਉਹੋ ਹੀ ਸੂਰਜ ਹੈ, ਉਹੋ ਹੀ ਧਰਤੀ ਹੈ। ਅੱਜ ਏਸੀ ਥੱਲੇ ਵੀ ਪਸੀਨਾ। ਤੇ ਆ ਰੁਕ ਜਾਓ 2 ਮਹੀਨੇ, ਅੱਸੂ ਕੱਤੇ ਲੰਘ ਲੈਂਦੇ ਹੋ, ਫਿਰ ਰਜਾਈ ਦੇ ਵਿੱਚ ਵੀ ਠੰਡ ਲੱਗਦੀ। ਕਿੱਥੋਂ ਲੈ ਆਉਂਦਾ ਠੰਡ? ਇਹ ਏਸੀ ਕਿੱਥੋਂ ਤਿਆਰ ਕੀਤੇ ਉਹਨੇ? ਤਾਈਓ ਤਾਂ ਉਹਨੂੰ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ। ਬਸ ਇਹਨੂੰ ਰੱਬ ਕਹਿੰਦੇ ਆ ਮਹਾਰਾਜ ਤੇਰਾ ਅੰਤ ਨਹੀਂ ਆ ਸਕਦਾ। ਕਿੱਥੋਂ ਲੈ ਆਉਂਦਾ? ਕਿਹੜੇ ਏਸੀ ਛੱਡ ਦਿੰਦਾ ਫਿਰ ਜਿਹੜੇ ਮੁੜ ਕੇ ਬੰਦ ਨਹੀਂ ਹੁੰਦੇ। ਤੋ ਮਹਾਰਾਜ ਸਾਹਿਬ ਜੀ ਦੀ ਕਥਾ ਰੁੱਤਾਂ ਅਨੁਸਾਰ ਕਵੀ ਸੰਤੋਖ ਸਿੰਘ ਨੇ ਲਿਖੀ, ਰਾਸਾਂ ਅਨੁਸਾਰ ਇਹ ਗ੍ਰੰਥ ਲਿਖਿਆ ਗਿਆ। ਕਹਿੰਦੇ ਹਨ ਕਿ ਵਰਖਾ ਰੁੱਤ ਜਿਹੜੀ ਸੰਪੂਰਨ ਹੋ ਗਈ, ਸਰਦ ਰੁੱਤ ਸ਼ੁਰੂ ਹੋਈ ਹੈ। ਸੁੰਦਰ ਸ਼ਰਦ ਸਾਰਤਾ ਮਨੋ ਬਦਨ ਚੰਦਰਮਾ ਬਿਮਲ ਪਸੰਨ। ਕਹਿੰਦੇ ਬੜੀ ਸੋਹਣੀ ਰੁੱਤ ਆ ਗਈ। ਜਦੋਂ ਕੱਤੇ ਮਹੀਨਾ ਚੜ੍ਹਦਾ ਹੈ ਨਾ, ਬਾਬੇ ਦਾ ਪ੍ਰਕਾਸ਼ ਮਨਾਉਣੇ ਆਪਾਂ, ਉਦੋਂ ਰੁੱਤ ਦੇ ਭਾਵ ਮੁਤਾਬਕ ਰੁੱਤ ਵੀ ਬੰਦੇ ਤੇ ਅਸਰ ਕਰਦੀ ਹੈ। ਜਦੋਂ ਮਿੱਠੀ ਰੁੱਤ ਹੋਵੇ ਉਦੋਂ ਬੜਾ ਦਿਲ ਲੱਗਦਾ ਬਾਣੀ 'ਚ, ਰੁੱਤ ਦਾ ਵੀ ਅਸਰ ਪੈਂਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੀ ਕਥਾ ਕਵੀ ਰਾਜ ਜੀ ਕਹਿੰਦੇ ਹੁਣ ਸਰਦ ਰੁੱਤ ਸ਼ੁਰੂ ਹੋਈ ਹੈ। ਅੰਬਰ ਬਰਨ ਨੀਲਾਂਬਰ ਲੀਨਾ ਜਾ ਕੇ ਸ਼ੁਭਤ ਪਯੋਦਰ ਪੀਨਾ। ਕਹਿੰਦੇ ਆਕਾਸ਼ ਵੀ ਮਾਨੋ ਸ਼ਾਰਦਾ ਨੇ ਨੀਲਾ ਕੱਪੜਾ ਪਹਿਨਿਆ ਹੋਵੇ, ਏਦਾਂ ਦਾ ਆਕਾਸ਼ ਲੱਗਣ ਲੱਗ ਪਿਆ। ਉਡਕਨ ਪੂਕਨ ਜਰੇ ਜਰਾਉ ਲਲਿਤ ਮਰਾਲੰਗ ਪਾਵਨ ਪਾਉ। ਕਹਿੰਦੇ ਇਦਾਂ ਲੱਗਦਾ ਜਿਵੇਂ ਤਾਰੇ ਧਰਤੀ ਦੇ ਥੱਲੇ ਹੀ ਆ ਗਏ ਹੋਣ, ਜਿੱਦਾਂ ਕਿਤੇ ਗਹਿਣੇ ਪਾ ਕੇ ਰਾਤ ਨਿਖਰੀ ਹੋਵੇ, ਕੱਲਾ ਕੱਲਾ ਤਾਰਾ। ਕਈ ਅਭਿਆਸੀ ਰਾਤ ਨੂੰ ਵੇਖਿਓ ਕਿੰਨੇ ਸੋਹਣੇ ਲੱਗਦੇ। ਤੇ ਜਿਹੜੇ ਬੰਦਗੀ ਵਾਲੇ ਉਹ ਇਹ ਨਜ਼ਾਰਾ ਜ਼ਰੂਰ ਤੱਕਦੇ ਆ, ਕਿਉਂਕਿ ਪੁਰਾਣਿਆਂ ਦੀਆਂ ਗੱਲਾਂ ਸੀ। ਉਹ ਕੋਠੇ ਦੀ ਛੱਤ ਤੇ ਸੌਂਦੇ ਸੀ ਬਜ਼ੁਰਗ, ਤੇ ਛੱਤ ਤੋਂ ਸਾਰਾ ਕੁਦਰਤ ਦਾ ਨਜ਼ਾਰਾ ਸੀ। ਹੁਣ ਤੇ ਕੋਠੀ ਦੇ ਵਿੱਚ ਕਮਰਾ ਹੀ ਇੰਨਾ ਡੂੰਘਾ ਏ, ਉੱਥੇ ਤਾਰੇ ਕੀ ਦਿਸਣੇ। ਆਖੋ ਸਤਿਨਾਮ। ਨਾ ਪਤਾ ਲੱਗਦਾ ਰਾਤ ਦੇ 12 ਵਜੇ ਕਿ ਦਿਨ ਦੇ ਵਜੇ ਹੈ, ਨਾ ਪਤਾ ਲੱਗਦਾ ਕੋਈ ਆਇਆ ਕਿ ਗਿਆ ਏ। ਐਸੀ ਅਵਸਥਾ ਸਾਡੇ ਸਰੀਰਾਂ ਦੀ ਹੋ ਗਈ ਹੈ।
ਇਸ ਕਰਕੇ ਪੁਰਾਣੇ ਬਜ਼ੁਰਗਾਂ ਕੋ ਟਾਈਮ ਪੀਸ ਘੜੀ ਲਾਰਮ ਨਹੀਂ ਸੀ ਹੁੰਦਾ, ਸੂਰਜ ਚੰਦਰਮਾ ਵੇਖ ਕੇ ਟਾਈਮ ਦੱਸ ਦਿੰਦੇ ਸੀ ਵੀ ਇੱਥੇ ਆ ਗਿਆ, ਇੰਨੇ ਵੱਜ ਗਏ, ਇੱਥੇ ਆ ਗਿਆ। ਕਿੰਨਾ ਸੋਹਣਾ ਤਜਰਬਾ ਸੀ ਉਹਨਾਂ ਕੋ, ਕਿਉਂਕਿ ਕੁਦਰਤ ਨੂੰ ਪਿਆਰ ਕਰਦੇ ਸੀ, ਤੇ ਜਿਹੜਾ ਕੁਦਰਤ ਨੂੰ ਪਿਆਰ ਕਰਦਾ ਉਹਨੂੰ ਗੁਰੂ ਨਾਨਕ ਆਪਣੀ ਗਲਵਕੜੀ ਚ ਲੈ ਲੈਂਦਾ ਹੈ। ਕਮਲ ਕਰ ਜੇ ਦੁੱਧ ਪੂਰੀ, ਉਜਲ ਦੇ ਚੰਦ ਪਾਰੂਰੀ। ਕਹਿੰਦੇ ਮਹਾਰਾਜ ਦੇ ਦੋਵੇਂ ਨੇਤਰ ਜਿਵੇਂ ਕਮਲ ਦੀਆਂ ਪੱਤੀਆਂ ਨੇ, ਬੜੇ ਸੋਹਣੇ ਹਨ, ਤੇ ਜਿੱਦਾਂ ਚੰਦਰਮਾ ਦੀ ਚਾਨਣੀ ਹੈ ਨਾ, ਠੰਡੀ ਵੀ ਹੈ ਤੇ ਚਿੱਟੀ ਵੀ ਹੈ, ਇੱਦਾਂ ਮੇਰੇ ਗੁਰੂ ਨਾਨਕ ਦੇ ਸਰੀਰ ਦਾ ਜਿਹੜਾ ਰੰਗ ਹੈ, ਕਵੀ ਰਾਜ ਜੀ ਦੱਸਦੇ ਹਨ। ਕਰਦ ਤਪਤ ਸੀ ਕੁਮਤੀ, ਸਦਾ ਬੰਦਾਵਤ ਸੀਤਲ ਸੁਮਤੀ। ਕਹਿੰਦੇ ਜਿਹੜੀ ਤਪਸ਼ ਖੋਟੀ ਮੱਤ ਵਾਲਿਆਂ ਦੇ ਹਿਰਦੇ ਵੀ ਠੰਡੇ ਕਰ ਦਿੰਦੀ ਹੈ। ਹੁਣ ਗੁਰੂ ਨਾਨਕ ਦੀ ਅੰਦਰ ਚਾਨਣੀ ਸੀ, ਜਿਹੜੀ ਸ਼ੇਸ਼ ਨਾਗ ਦੇ ਵਿੱਚ ਜ਼ਹਿਰ ਸੀ, ਪਰ ਉਹਨੇ ਜਦੋਂ ਗੁਰੂ ਨਾਨਕ ਦੇ ਚਿਹਰੇ ਦੇ ਦਰਸ਼ਨ ਕੀਤੇ ਤੇ ਉਹਨੂੰ ਠੰਡ ਪੈ ਗਈ। ਇੱਕ ਆਪਾਂ ਹੀ ਸਾਧ ਸੰਗਤ ਤਾਂ ਹੀ ਗੁਰੂ ਕੋਲ ਆ ਕੇ ਬਈਦਾ, ਇੱਥੇ ਠੰਡ ਪੈਂਦੀ ਹੈ, ਇੱਥੇ ਸਕੂਨ ਆਉਂਦਾ, ਰੋਂਦਿਆਂ ਨੂੰ ਹਾਸਾ ਆਉਂਦਾ, ਦੁਖੀਆਂ ਨੂੰ ਦਰਦ ਤੋਂ ਆਰਾਮ ਮਿਲਦਾ। ਜਦੋਂ ਮਹਾਰਾਜ ਦੀਪਾਲਪੁਰ ਦੀ ਧਰਤੀ ਤੇ ਗਏ ਸੀ ਨਾ, ਉੱਥੇ ਕੋੜੀ ਦੀ ਕੁੱਲੀ 'ਚ ਮੇਰੇ ਨਾਨਕ ਜੀ ਨੇ ਪ੍ਰਵੇਸ਼ ਕੀਤਾ। ਜਦੋਂ ਉਹਦੀ ਕੁੱਲੀ 'ਚ ਪੈਰ ਰੱਖਿਆ ਤੇ ਉਸ ਕੋੜੀ ਨੇ ਆਖਿਆ, ਬਾਬਾ ਮੈਨੂੰ ਇੱਦਾਂ ਲੱਗਾ ਜਿਵੇਂ ਮੇਰੇ ਜ਼ਖਮਾਂ ਤੇ ਕਿਸੇ ਮਲਮ ਲਾਤੀ ਹੋਏ। ਬੜਾ ਸਕੂਨ ਮੇਰੇ ਅੰਦਰ ਪਿਆਰ ਦਾ ਪੈ ਗਿਆ ਹੈ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਸਾਹਿਬ ਕਹਿੰਦੇ ਸਾਰੀ ਸੁਣਾ ਦਿਓ, ਸਮਾਂ 2-4 ਮਿੰਟ ਰਹਿ ਗਿਆ, ਸੋ ਸਿਰ ਮੱਥੇ ਹੁਕਮ ਇਹਨਾਂ ਦਾ, ਕਿਉਂਕਿ ਇਹ ਦਾਸ ਦਾ ਹੁਕਮ ਨਹੀਂ ਮੋੜਦੇ, ਦਾਸ ਇਹਨਾਂ ਦਾ ਨਹੀਂ ਮੋੜੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਪਾਕ ਪਟਨ ਦੀ ਧਰਤੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਦੀਪਾਲਪੁਰ ਹੈ, ਉੱਥੇ ਰਾਤ ਪੈ ਗਈ ਮੇਰੇ ਮਹਾਰਾਜ ਜੀ ਨੂੰ, ਤੇ ਸਾਰਿਆਂ ਲੋਕਾਂ ਨੇ ਘਰ ਦੇ ਬੂਹੇ ਟੋਲੇ, ਤੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ, ਮਰਦਾਨਿਆਂ ਲੱਗਦਾ ਅੱਜ ਆਪਾਂ ਨੂੰ ਕਿਸੇ ਨਹੀਂ ਰੱਖਣਾ। ਕਹਿੰਦੇ ਉਹ ਦੂਰ ਦੀਵਾ ਜਗਦਾ ਏ, ਲੱਗਦਾ ਕੋਈ ਉੱਥੇ ਹੈਗਾ, ਉਹ ਰੱਖੇਗਾ। ਪਤਾ ਤਾਂ ਸੀ ਉਹਨੂੰ ਤਾਰਨ ਆਇਆ ਸੀ। ਮਰਦਾਨਾ ਪਹੁੰਚਿਆ, ਦੀਵੇ ਨੂੰ ਵੇਖ ਕੇ ਜਦੋਂ ਕੁੱਲੀ 'ਚ ਗਿਆ, ਉੱਥੇ ਨਰੰਗ ਸ਼ਾਹ ਕੋੜੀ ਸਾਰਾ ਸਰੀਰ ਗਲਿਆ ਪਿਆ, ਮੱਖੀਆਂ ਬਹਿਣ ਦਈਆਂ, ਤੇ ਕਹਿਣ ਲੱਗਾ, ਓਏ ਫਕੀਰਾ ਕੌਣ ਹੈ ਤੂੰ? ਮੇਰੇ ਕੋਲ ਤੇ ਦਿਨੇ ਨਹੀਂ ਕੋਈ ਆਉਂਦਾ, ਤੂੰ ਰਾਤ ਨੂੰ ਆ ਗਿਆ। ਕਹਿਣ ਲੱਗਾ, ਉਹ ਕੋਈ ਗੱਲ ਨਹੀਂ, ਤੂੰ ਦੱਸ ਵੀ ਸਾਨੂੰ ਰਾਤ ਰੱਖੇਗਾ? ਕਹਿੰਦੇ ਤੁਸੀਂ ਮਰਨਾ ਵੀ? ਮੈਨੂੰ ਛੂਤ ਦਾ ਰੋਗ ਲੱਗਾ, ਮੇਰੇ ਨਾਲ ਜਿਹੜਾ ਵੀ ਟੱਚ ਹੋ ਗਿਆ ਉਹਨੂੰ ਲੱਗ ਜਾਣਾ। ਮਰਦਾਨਾ ਕਹਿੰਦਾ, ਰੋਗ ਜਾਣੇ ਤੇ ਮੇਰਾ ਨਾਨਕ ਜਾਣੇ, ਤੂੰ ਦੱਸ ਵੀ ਰਾਤ ਰੱਖੇਗਾ ਕਿ ਨਹੀਂ? ਕਹਿੰਦਾ, ਧੰਨ ਭਾਗ ਮੇਰੇ ਉਹ ਜਿਹਦੇ ਕੋ ਪਸ਼ੂ ਪੰਛੀ ਨਹੀਂ ਆਉਂਦੇ, ਕੌਣ ਹੈ ਤੂੰ? ਕਹਿੰਦੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਕਹਿੰਦਾ, ਤੂੰ ਦੱਸ ਰੱਖੇਗਾ? ਕਹਿੰਦੇ, ਜ਼ਰੂਰ। ਬਾਬਾ ਨਾਨਕ ਥੋੜੀ ਦੂਰੀ ਤੇ ਇੱਕ ਬੇਰੀ ਥੱਲੇ ਬੈਠਾ ਹੈ। ਕਹਿੰਦੇ, ਮਹਾਰਾਜ ਆ ਜਾਓ, ਆਪਾਂ ਨੂੰ ਸੱਦਾ ਆ ਗਿਆ, ਕਿਸੇ ਨੇ ਆਪਾਂ ਨੂੰ ਹਾਂ ਕਰਤੀ, ਅੱਜ ਆਪਾਂ ਇਹਦੇ ਕੋਲ ਰਾਤ ਰਹਿਣਾ। ਮਹਾਰਾਜ ਪਿਆਰੇ ਪਿਆਰੇ ਕਦਮਾਂ ਨਾਲ ਟਹਿਲਦੇ ਟਹਿਲਦੇ ਉਹਦੀ ਕੁਟੀਆ 'ਚ ਗਏ। ਜਦੋਂ ਵੇਖਿਆ ਤੇ ਮੱਖੀਆਂ ਤੇ ਉਹਦੇ ਅੰਦਰ ਭਾਗ ਪਈ। ਗੁਰੂ ਨਾਨਕ ਯਾਰ ਗਰੀਬਾਂ ਦਾ, ਅੱਜ ਵੀ ਦੁਨੀਆ ਸੋਹਣੀ ਚਮੜੀ ਦੀ ਹੈ, ਪੈਸੇ ਦੀ ਹੈ, ਜਿੱਦਣ ਮਾੜਾ ਜਿਹਾ ਵੀ ਕੁਝ ਹੋ ਗਿਆ ਲੋਕਾਂ ਨੇ ਬੁਲਾਉਣ ਵੜ ਜਾਣਾ, ਪਰ ਜਿਹਦੇ ਕੋਲ ਆ ਕੇ ਬਹਿੰਦੇ ਜੇ ਨਾ, ਇਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹ। ਹਮਾਰੇ ਸਾਹਿਬ ਉਹਦੀ ਕੁਟੀਆ 'ਚ ਬੈਠੇ। ਕਹਿੰਦੇ, ਪਾਤਸ਼ਾਹ ਤੁਹਾਨੂੰ ਦੇਖ ਕੇ ਸਕੂਨ ਆ ਗਿਆ, ਮੇਰੇ ਜ਼ਖਮਾਂ ਨੂੰ ਰਾਹਤ ਮਿਲੀ ਹੈ। ਮਹਾਰਾਜ ਕਹਿੰਦੇ, ਮਰਦਾਨਿਆਂ ਰਬਾਬ ਛੇੜ। ਉੱਥੇ ਮਹਾਰਾਜ ਨੇ ਸ਼ਬਦ ਪੜਿਆ, ਜੀਓ ਤਪਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਮਹਾਰਾਜ ਦਾ ਸ਼ਬਦ ਸੰਪੂਰਨ ਹੋਇਆ। ਪਾਤਸ਼ਾਹ ਕਹਿੰਦੇ, ਤੂੰ ਜਨਮ ਤੋਂ ਹੀ ਕੋੜਾ ਸੀ? ਕਹਿੰਦੇ, ਨਹੀਂ ਪਾਤਸ਼ਾਹ, 200 ਕਿੱਲੇ ਦਾ ਮਾਲਕ। ਕਹਿੰਦੇ, ਮੈਂ ਸੋਹਣਾ ਬੜਾ ਸੀ ਜਦੋਂ ਮੇਰੇ ਤੇ ਜਵਾਨੀ ਸੀ, ਤੇ ਜਦੋਂ ਮਾਇਆ ਵੀ ਹੋਵੇ ਤੇ ਜਵਾਨੀ ਵੀ ਹੋਵੇ ਤੇ ਫਿਰ ਬੰਦਾ ਰੱਬ ਹੀ ਰੱਖਾ। ਸਾਰੀਆਂ ਚੀਜ਼ਾਂ ਰੱਬ ਕਿਸੇ ਕਿਸੇ ਨੂੰ ਦਿੰਦਾ, ਵੈਸੇ ਕਈਆਂ ਨੂੰ ਹੁਸਨ ਦਿੱਤਾ ਪਰ ਗਰੀਬੀ ਦੇਤੀ, ਉਹਨੂੰ ਪਤਾ ਵੀ ਇਹਨੇ ਵਿਗੜ ਜਾਣਾ ਹੈ। ਪਰ ਕਈਆਂ ਨੂੰ ਇਹ ਤੋਹਫੇ ਸਾਰੇ ਹੀ ਮਿਲੇ, ਜੇ ਸੁੰਦਰਤਾ ਵੀ ਮਿਲ ਗਈ, ਸਲਤਨਤ ਵੀ ਮਿਲ ਗਈ ਤੇ ਮਾਇਆ।
ਕਹਿੰਦੇ 200 ਕਿੱਲੇ ਦਾ ਮਾਲਕ ਹੈ। ਲੋਕੀ ਸ਼ਾਹ ਕਹਿੰਦੇ ਸੀ ਨਰੰਗ ਤੋਂ, ਨਰੰਗ ਸ਼ਾਹ, ਸ਼ਾਹਾਂ ਦਾ ਪਰਿਵਾਰ ਵੱਜਦਾ ਸੀ। ਕਹਿੰਦੇ ਬਾਬਾ ਜਵਾਨੀ ਬੜੀ ਸੀ ਮੇਰੇ ਤੇ, ਪਰ ਮੈਂ ਕੰਮ ਬੜੇ ਗਲਤ ਕੀਤੇ। ਜਦੋਂ ਮਾਇਆ ਕੋਲੇ, ਜ਼ੋਰ ਕੋਲੇ ਸੀ, ਮਾਣਾਈਆਂ ਕੀਤੀਆਂ। ਜੋ ਜੋ ਉਹਨੇ ਬਾਬੇ ਨੂੰ ਦੱਸਿਆ ਮੈਂ ਸਪੀਕਰ 'ਚ ਨਹੀਂ ਕਹਿ ਸਕਦਾ। ਕਹਿੰਦੇ ਫਿਰ ਬਾਣੀ ਕਹਿੰਦੀ ਕਾਮ ਕ੍ਰੋਧ ਤੁਸੀਂ ਪੜ੍ਹੇ ਲਿਖੇ ਬੈਠੇ, ਸਭ ਤੋਂ ਵੱਧ ਬੰਦੇ ਦੇ ਸਰੀਰ ਦਾ ਨੁਕਸਾਨ ਦੋ ਚੀਜ਼ਾਂ ਕਰਦੀਆਂ, ਇੱਕ ਕਾਮ ਤੇ ਦੂਜਾ ਕ੍ਰੋਧ। ਜਿਹੜੇ ਬੰਦੇ ਜ਼ਿਆਦਾ ਧਿਆਨ ਰੱਖਦੇ ਨਾ ਇਸ ਚੀਜ਼ 'ਚ, ਉਹ ਛੇਤੀ ਭੋਗ ਪੈ ਜਾਂਦਾ ਉਹਨਾਂ ਦਾ। ਮਹਾਰਾਜ ਨੇ ਬਾਣੀ 'ਚ ਸਮਝਾਇਆ ਵੀ ਸਭ ਤੋਂ ਘੱਟ ਖਿਆਲ ਰੱਖਣਾ ਇੱਕ ਕਾਮ ਦਾ, ਇੱਕ ਗੁੱਸਾ ਨਾ ਆਵੇ, ਹੱਸਦੇ ਰਿਹਾ ਕਰੋ, ਭਾਵੇਂ ਜੋ ਹੋਣਾ ਹੁੰਦਾ ਰਵੇ, ਥੋੜ੍ਹਾ ਜਿਹਾ ਖੁਸ਼ ਰਿਹਾ। ਕਈ ਤਾਂ ਸੜੇ ਹੀ ਰਹਿੰਦੇ, ਉਹ ਆਪ ਵੀ ਸੜੇ, ਦੂਜੇ ਨੂੰ ਵੀ ਸਾੜ ਜਾਂਦੇ। ਉਹ ਪੀਰਾਂ ਕਿਹਦਾ ਕਿੱਥੋਂ ਮੱਥੇ ਲੱਗ ਗਏ। ਮਹਾਰਾਜ ਕਹਿੰਦੇ ਹੱਸਿਆ ਕਰੋ ਤੇ ਕਾਮ ਵੱਲੋਂ ਪਾਸੇ ਰਹੋ। ਜੇ 50 ਸਾਲ ਤੇ 100 ਜੀਓਗੇ, ਜਿੱਥੇ 50 ਗੋਲੀਆਂ ਖਾਣੀਆਂ ਇੱਕ ਖਾਓਗੇ, ਇੰਨਾ ਵੱਡਾ ਲਾਜ ਦੱਸ ਗਏ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ। ਕਹਿੰਦੇ ਮਹਾਰਾਜ ਨੂੰ ਸੱਚ ਦੱਸਿਆ ਸਾਰਾ ਕੁਝ। ਕਹਿੰਦੇ ਪਾਤਸ਼ਾਹ ਇੱਦਾਂ ਇੱਦਾਂ ਗਲਤੀਆਂ ਕੀਤੀਆਂ, ਆ ਸਰੀਰ ਨੂੰ ਇੱਕ ਫੋੜਾ ਹੋਇਆ ਸੀ, ਫੋੜੇ ਤੋਂ 2 ਹੋ ਗਏ, 3 ਹੋ ਗਏ, ਅੱਜ ਗਲ ਗਿਆ। ਇੱਦਾਂ ਦਾ ਨਹੀਂ ਸੀ ਮੈਂ, ਮੈਨੂੰ ਦੁਨੀਆ ਵੇਂਦੀ ਹੁੰਦੀ ਸੀ। ਮੇਰੇ ਪਾਤਸ਼ਾਹ ਕਹਿੰਦੇ ਤੇਰੇ ਭਾਗ ਚੰਗੇ ਕਿਤੇ, ਆ ਮੇਰਾ ਮਰਦਾਨਾ ਜਿਹੜਾ ਨਾ ਇਹ ਮੈਨੂੰ ਲੈ ਹੀ ਆਉਂਦਾ। ਇਹਨੂੰ ਮੈਂ ਆਖਿਆ ਸੀ ਇੱਥੇ ਰੜੇ ਮੈਦਾਨ ਪੀਨੇ, ਕਹਿੰਦੇ ਜੀ ਉਹ ਦੀਵਾ ਜਗਦਾ ਤੇ ਆਪਾਂ ਉੱਥੇ ਚੱਲੀਏ। ਭਲਾ ਕਰਨ ਆਏ ਸੀ ਨਾ, ਭਲਾ ਰਬਾਬ ਵਜਾਏਂਦਾ ਮਜਲਿਸ ਮਰਦਾਨਾ ਮੀਰਾ ਸੀ। ਸਾਰੀ ਰਾਤ ਮਹਾਰਾਜ ਉਹਦੇ ਕੋਲੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਮਹਾਰਾਜ ਕਹਿੰਦੇ ਮਰਦਾਨਿਆਂ ਜਲ ਦਾ ਪਤਾ ਕਰ, ਇਸ਼ਨਾਨ ਕਰੀਏ। ਜਦੋਂ ਸਾਹਿਬਾਂ ਨੇ ਇਸ਼ਨਾਨ ਕੀਤਾ ਤੇ ਕੋੜੀ ਕਹਿੰਦਾ ਬਾਬਾ ਇਹ ਗੱਲ ਚੰਗੀ ਥੋੜਾ ਏ, ਇੱਕ ਬੰਨੇ ਆਪਣਾ ਕਹਿੰਦੇ ਆ, ਦੂਜੇ ਬੰਨੇ ਫਰਕ ਪਾਉਣੇ ਐ। ਜੇ ਆਪ ਇਸ਼ਨਾਨ ਕੀਤਾ ਤੇ ਮੇਰਾ ਵੀ ਕਰਾਓ। ਹੁਣ ਕਿਸੇ ਦੀ ਮਾਂ ਨਵਾਉਂਦੀ, ਵੈਸੇ 3 ਨਹਾਉਣ ਮਸ਼ਹੂਰ ਹੈ, ਪਹਿਲਾ ਦਾਈ, ਦੂਜਾ ਵਿਆਹ ਵਾਲੇ ਦੇ ਨਾ ਚਿਪਰਾਈਆਂ ਤੇ ਬਹਾਉਂਦੇ ਹੁੰਦੇ ਨਾ, ਜਿਹੜੇ ਬਹਿ ਗਏ ਉਹਨਾਂ ਨੂੰ ਤੇ ਪਤਾ। ਆਖੋ ਸਤਨਾਮ। ਜਦੋਂ ਚਿਪਰਾਂ ਟੁੱਟਦੀਆਂ ਨਾ ਉਦੋਂ ਫਿਰ ਸੁਪਨੇ ਵੀ ਟੁੱਟ ਜਾਂਦੇ। ਆਖੋ ਸਤਨਾਮ। ਜਿੰਨੀ ਮੌਜ ਲੈ ਲਈ ਕੁਆਰੇ ਹੁੰਦੇ ਆ, ਫਿਰ ਔਖਾ ਹੋ ਜਾਂਦਾ ਨਾ। ਤੋ ਇਸ ਕਰਕੇ ਪਹਿਲਾ ਨਾਈ, ਪਹਿਲਾ ਦਾਈ ਤੇ ਦੂਜਾ, ਤੀਜਾ ਭਾਈ। ਜਦੋਂ ਮਰ ਗਏ ਉਦੋਂ ਭਰਾ ਹੀ ਨਿਭਾਉਣਾ ਆ ਕੇ ਉਹਨਾਂ। ਤੇ ਉਹ ਕਹਿੰਦੇ 3 ਨਹਾਉਣ ਬੰਦੇ ਦੇ ਵੈਸੇ ਆ, ਕੋਈ ਚਾਚੀ, ਕੋਈ ਤਾਈ, ਕਿਸੇ ਦੀ ਭੈਣ, ਕਿਸੇ ਦਾ ਭਾਈ। ਦੀਪਾਲਪੁਰ ਦੀ ਧਰਤੀ ਤੇ ਕ੍ਰਿਸ਼ਮਾ ਹੋਣ ਲੱਗਾ, ਬਾਬੇ ਨਾਨਕ ਦੀ ਅਜਮਤ ਵਰਤਨ ਲੱਗੀ। ਅੰਮ੍ਰਿਤ ਵੇਲੇ ਦਾ ਟਾਈਮ ਹੈ, ਕੋੜੀ ਤੜਫਦਾ ਪਿਆ ਹੈ। ਕਹਿੰਦੇ ਬਾਬਾ ਮੈਨੂੰ ਵੀ ਨਿਭਾ ਦਿਓ। ਹੁਣ ਮਹਾਰਾਜ ਦੇ ਹੱਥ ਵਿੱਚ ਘੜਾ ਏ। ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਘੜੇ ਨੂੰ ਸਿਰ ਤੋਂ ਪਾਣੀ ਪਾਉਂਦਿਆਂ, ਜਿੱਦਾਂ ਮੈਂ ਕੱਲ੍ਹ ਕੇ ਪਰਸੋਂ ਆਖਿਆ ਸੀ ਨਾ ਵੀ ਸਵੇਰੇ ਉੱਠ ਕੇ ਪਾਣੀ ਦਾ ਗਲਾਸ 1 ਜਾਂ 2 ਪੀਓ ਤੇ 1 ਘੁੱਟ ਭਰ ਕੇ ਸਤਨਾਮ ਵਾਹਿਗੁਰੂ ਆਖਿਆ ਕਰੋ। ਅੱਧਿਓਂ ਜ਼ਿਆਦੀ ਅੰਦਰ ਦੀ ਪ੍ਰੋਬਲਮ ਤੁਹਾਡੀ ਆਪੇ ਹੀ ਖਤਮ ਹੋ ਜਾਣੀ। ਦਵਾਈਆਂ ਕੁਛ ਨਹੀਂ, ਜੇ ਐਵੇਂ ਬਾਪੂ ਦੇ ਲੜ ਲੱਗੋ। जब बात दुआ से ना बने तो दुआ से होती है, जब मुर्शिद कामल मिलता है तो बात खुदा से होती है। मेरे पातशाह मारे ने घड़ा जो टेढ़ा किया तो बोलिया सत करतार, सत करतार, सत। सिर वाले पासियों पानी पैना शुरू होया, जिधर नूं वो पानी जा रहा है उधर नूं ही ओदा कोड़ चले। मेरे पातशाह मारे ने आसा दी वार दा कीर्तन कीता। कहंदे चंगा भी निरंग शाह तू अपने घर नूं चल जा, असीं अपने घर नूं चलने, टाइम हो गया, अपना भी समा संपूर्ण है। महाराज दा पल्ला पकड़ के कहंदा बाबा केड़ा घर, जिन्ना बदले मैं 200 किला बनाया ते मैनू मिलनों भी हट गए भी किते बीमारी ना लग जे। मैं नहीं उस घर जाना, मैं तेरे नाल ही जाना। महाराज कहंदे असीं तैनूं नाल नहीं लिजा सकदे क्योंकि साडा सफ़र लंबा है, तू इत्थे रह ते एक काम कर, इस कुटिया नूं धर्मशाल बना दे। पिंडां 'च जाके गराई करया कर, रोटियां लियाया कर, सब्जी दई, ਜਿਹੜਾ भी रात ਨੂੰ ਆਉਂਦਾ ਉਹਨੂੰ ਰਾਤ ਨੂੰ ਇੱਥੇ ਥਾਂ ਦਿਆ ਕਰ, ਪ੍ਰਸ਼ਾਦਾ ਛਕਾਇਆ ਕਰ, ਤੇਰਾ ਦੋਈ ਥਾਈਂ ਭਲਾ ਹੋਵੇਗਾ। ਜਦੋਂ ਮਹਾਰਾਜ ਤੁਰਨ ਲੱਗੇ ਫੇਰ ਪਿੱਛੇ ਭੱਜ ਗਿਆ। ਕਹਿੰਦੇ ਮਹਾਰਾਜ ਮੇਰਾ ਦਿਲ ਨਹੀਂ ਲੱਗਣਾ, ਮੈਨੂੰ ਲੈ ਜਾਓ।
ਜਦ ਤੁਸੀਂ ਮੇਰੇ ਕੋ ਰਹਿ ਪੋ। ਮਾਰੇ ਕਹਿੰਦੇ ਜਦੋਂ ਸੰਗਤ ਜੁੜਿਆ ਕਰੂਗੀ, ਨਾਮ ਜਪਾਇਆ ਕਰੇਗਾ, ਆ ਜਾਇਆ ਕਰਾਂਗੇ, ਵਿੱਚ ਵਰਤਿਆ ਕਰਾਂਗੇ। ਨਾਲੇ ਰੋਂਦਾ ਏ ਤੇ ਨਾਲੇ ਗਾਉਂਦਾ ਏ ਜੀ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ। ਮਾੜੇ ਕਰਮਾਂ ਦਾ ਲੇਖਾ, ਮਾੜੇ ਕਰਮਾਂ ਦਾ ਲੇਖਾ, ਮਾੜੇ ਕਰਮਾਂ ਦਾ ਲੇਖਾ, ਮਾੜੇ ਕਰਮਾਂ ਦਾ ਲੇਖਾ, ਮਾੜੇ ਕਰਮਾਂ ਦਾ ਲੇਖਾ ਸਾਧੂਆਂ ਨੇ ਪਾੜਿਆ, ਮਾੜੇ ਕਰਮਾਂ ਦਾ ਲੇਖਾ ਸਾਧੂਆਂ ਨੇ ਪਾੜਿਆ, ਮਾੜੇ ਕਰਮਾਂ ਦਾ ਲੇਖਾ ਸਾਧੂਆਂ ਨੇ ਪਾੜਿਆ, ਮਾੜੇ ਕਰਮਾਂ ਦਾ ਲੇਖਾ ਸਾਧੂਆਂ ਨੇ ਪਾੜਿਆ। ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ, ਮੈਨੂੰ ਰੱਬ ਦੇ ਫਕੀਰਾਂ ਐਸਾ ਰੰਗ ਚਾੜਿਆ। ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਗਲਵਕੜੀ ਪਾ ਕੇ ਕਹਿੰਦਾ, ਬਾਬਾ ਜੀ ਅੱਜ ਨਾ ਆਉਂਦਾ ਮੈਂ ਰੁੱਲ ਜਾਣਾ ਸੀ। ਮਹਾਰਾਜ ਮੈਨੂੰ ਨਵੀਂ ਜ਼ਿੰਦਗੀ ਮਿਲੀ, ਮੈਂ ਤੇਰਾ ਤੇ ਤੂੰ ਮੇਰਾ। ਮਹਾਰਾਜ ਕਹਿੰਦੇ ਜੇ ਤੂੰ ਮੇਰਾ ਤੇ ਮੈਂ ਆ ਸਾਰਾ ਜਾਗੀ ਤੇਰਾ। ਐਸੀ ਕਿਰਪਾ ਮਹਾਰਾਜ ਕਰਦੇ ਨੇ ਭਾਈ। ਸੋ ਵੱਡਿਆਂ ਭਾਗਾਂ ਦੇ ਨਾਲ ਸੰਗਤ ਮਿਲਦੀ ਹੈ। ਫਿਰ ਬੇਨਤੀ ਹੈ ਕਿ 4 ਤਰੀਕ ਨੂੰ ਮਾਂ ਦਮੋਦਰੀ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਪੁਰਬ, ਕਿਉਂਕਿ ਉਸ ਵਿਆਹ ਦੀ ਬਦੌਲਤ ਤੇ ਬੌਲੀ ਸਾਹਿਬ ਮਿਲਿਆ ਆਪਾਂ ਨੂੰ। ਜੇ ਬਾਪੂ ਵਿਆਹ ਨਾ ਆਉਂਦਾ ਤੇ ਕਿੰਨੇ ਟੱਪ ਲਾਉਣਾ ਸੀ, ਅੱਜ ਕਿੰਨੇ ਕਥਾ ਕਰਨੀ ਸੀ, ਕਿੱਥੋਂ ਆਉਣਾ ਸੀ ਸਾਰਾ ਕੁਝ। ਇਸ ਕਰਕੇ ਤਕੜੇ ਹੋ ਕੇ ਵੱਡਾ ਉਪਰਾਲਾ ਕਰਕੇ ਐਤਕੀ ਨਾ ਸਾਰੇ ਤੁਸੀਂ ਵੀ ਜਿਹੜੇ ਤੁਹਾਡੇ ਨਾਲ ਪ੍ਰੇਮ ਵਾਲੇ ਨਾ, ਜੇ ਆਪਣੇ ਵਿਆਹ ਹੋਵੇ ਤੇ ਸੱਦਾ ਦਿੰਦੀਆਂ ਕਿ ਨਹੀਂ ਪੈਣਾ ਵੀ ਭਾਈ ਆਇਓ, ਆਪਾਂ ਇਦਾਂ ਕਰਨਾ, ਰਲ ਮਿਲ ਕੇ ਬਣਾਉਣਾ ਵੱਡੇ ਉਪਰਾਲੇ ਨਾਲ। ਕਿਉਂਕਿ ਥੋੜਾ ਜਿਹਾ ਪਹਿਰਾ ਘਟਦਾ ਘਟ ਹੀ ਗਿਆ। ਪਹਿਲੋਂ ਦੱਸਦੇ ਬਜ਼ੁਰਗ ਵੀ ਬੜੀ ਸੰਗਤ ਆਉਂਦੀ ਹੁੰਦੀ ਸੀ, ਤੇ ਹੁਣ ਪਤਾ ਨਹੀਂ ਖਰੇ ਪੈਸੇ ਜ਼ਿਆਦੇ ਹੋ ਗਏ ਆਪਣੇ ਕੋਲ। ਜਦੋਂ ਵੈਸੇ ਆਪਾਂ ਗਰੀਬ ਸੀ ਨਾ ਸਾਰੇ, ਕਿੰਨਾ ਮੰਨਦੇ ਸੀ ਰੱਬ ਨੂੰ। ਅੱਜ ਜਿੱਦਾਂ ਦਾ ਖੁੱਲਾ ਗੱਫਾ ਮਿਲ ਗਿਆ ਉਦੋਂ ਦੀ ਤਾਂ ਜਾਗ ਹੀ ਨਹੀਂ ਖੁੱਲਦੀ। ਹਾਂਜੀ, ਉਦੋਂ ਬੂਹੇ ਹੁੰਦੇ ਨਹੀਂ ਸੀ ਸਾਡੇ ਦਾਦਿਆਂ ਦੇ, ਤਾਈਓ ਨਿਕਲ ਆਉਂਦੇ ਸੀ ਛੇਤੀ। ਹੁਣ ਬੂਹੇ ਬੜੇ ਮਹਿੰਗੇ ਲਾਏ। ਇੱਕ ਬੰਦੇ ਨੇ ਸਟੀਲ ਦਾ ਬੂਹਾ ਬਣਾਇਆ 1.5 ਲੱਖ ਦਾ। ਮਾੜੇ ਬੰਦੇ ਦੇ 2 ਕਮਰੇ ਬਣ ਜਾਂਦੇ ਐ, ਤੇ 1.5 ਲੱਖ ਦਾ ਸਟੀਲ ਦਾ ਬੂਹਾ, ਤੇ ਉਹਨੂੰ ਕੋਈ 7-8 ਹਜ਼ਾਰ ਦੀ ਬੈਲ ਵੀ ਲਵਾਈ ਹੈ। ਤੇ ਫਿਰ ਉਹ ਵਿਚਾਰੀ ਵਜਾਈ ਦੀ, ਤੇ ਫਿਰ ਕਿਤੇ ਅੰਦਰੋਂ ਨਿਕਲਦਾ। ਤਾਂ ਜਿਆਦੀ ਮਾਇਆ ਨੇ ਫਿਰ ਸਵਾਤਾ ਨਾ ਸਾਨੂੰ। ਸਾਡੇ ਪਹਿਲੇ ਚੰਗੇ ਸੀ, ਲੋ ਉਦਾਂ ਹੀ ਆਵਾਜ਼ ਮਾਰ ਦਿੰਦੇ ਸੀ ਮਾਤਾ ਦਮੋਦਰੀਓ, ਤੇ ਉਹ ਅਵਤਾਰਪੁਰ ਵਾਲੇ ਢੋਲਕੀ ਚਿਮਟਾ ਲੈ ਕੇ ਤੁਰ ਪੈਂਦੇ ਸੀ। ਤੋ ਇਸ ਕਰਕੇ ਮਾਰੇ ਕਿਰਪਾ ਕਰੇ, ਹੈ ਕੁਛ ਨਹੀਂ ਇੱਥੇ ਸਾਧ ਸੰਗਤ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀਂ, ਤੇ ਵੱਧ ਤੋਂ ਵੱਧ ਉਪਰਾਲਾ ਕਰੋ। ਜੋ ਵੀ ਕੋਈ ਸੇਵਾ ਕਰ ਸਕਦਾ ਉਹ ਵੀ ਤਕੜੇ ਹੋ ਕੇ ਪ੍ਰੇਮ ਦੇ ਨਾਲ। ਬਾਕੀ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਨਾ। ਵੱਡੇ ਦਾ ਘਰ ਵੱਡਾ ਏ, ਉਹਦੇ ਕਾਰਜ ਵੀ ਵੱਡੇ ਨੇ। ਆਪਾਂ ਤਾਂ ਇੱਕ ਕੀੜੀ ਆ, ਜਦੋਂ ਮਹਾਰਾਜ ਸਾਹਿਬ ਚਲਾਉਂਦੇ ਉਸ ਤਰ੍ਹਾਂ ਚੱਲੀਦਾ ਹੈ ਜੀ। ਬਹੁਤ ਧੰਨਵਾਦ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ। ਬੋਲੇ